ਅਕਾਲ ਪੁਰਖ ਅੰਤਰਜਾਮ ਦੀ ਬਖਸ਼ ਦਾ ਸਦਕਾ ਭਾਵਨਾ ਦੇ ਨਾਲ ਅੰਮ੍ਰਿਤਮਈ ਕਥਾ ਦਾ ਲਾਹਾ ਲਈਏ। ਆਪ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਪ੍ਰਕਾਰ ਮਾਝੇ ਦੇਸ਼ ਦੇ ਗੁਰਸਿੱਖਾਂ ਨੂੰ ਸਤ ਸੰਗਤ ਜੀ ਮਿਲਿਆ ਹੈ, ਭਾਈ ਮਹਾ ਸਿੰਘ ਨੇ ਕੁਰਬਾਨੀ ਕੀਤੀ। ਸਰੀਰ ਸੰਸਾਰ ਵਿੱਚ ਸਦਾ ਨਹੀਂ ਰਹਿੰਦੇ, ਪਰਉਪਕਾਰ ਕੀਤਾ ਹੋਇਆ ਸਤ ਸੰਗਤ ਜੀ ਕਦੇ ਨਿਸਫਲ ਨਹੀਂ ਜਾਂਦਾ ਹੈ। ਆਪਣੇ ਵਾਸਤੇ ਕੁਝ ਨਾ ਮੰਗਣਾ, ਪਰਜਾ ਦੇ ਸਤ ਸੰਗਤ ਜੀ ਭਲੇ ਵਾਸਤੇ ਆਪਣੇ ਸਰੀਰ ਨੂੰ ਕੁਰਬਾਨ ਕਰ ਦੇਣਾ, ਇਹਨੂੰ ਕਹਿੰਦੇ ਆ ਜਿਉਣ ਦਾ ਸਵਾਦ ਸੰਸਾਰ ਦੇ ਅੰਦਰ। ਪਰਉਪਕਾਰੀ ਜੀਵਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਪਾਤਸ਼ਾਹੀਆਂ ਨੇ ਆਪ ਸਤ ਸੰਗਤ ਜੀ ਬਤੀਤ ਕੀਤਾ ਔਰ ਸਿੱਖ ਸੇਵਕਾਂ ਨੂੰ ਉਹੋ ਜਿਹਾ ਸੁਭਾਅ ਪ੍ਰਗਟ ਕਰਕੇ ਰੱਖ ਦਿੱਤਾ। ਸੋ ਪ੍ਰੇਮੀ ਜਨੋ, ਆਪ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹਨਾਂ ਸਾਰਿਆਂ ਨੂੰ ਵਰਦਾਨ ਦਿੱਤੇ। ਭਾਈ ਮਹਾ ਸਿੰਘ ਨੇ ਜਿਸ ਵੇਲੇ ਕਿਹਾ, ਮਹਾਰਾਜ ਹੋਰ ਕਿਸੇ ਵਸਤੂ ਦੀ ਲੋੜ ਨਹੀਂ, ਕਿਰਪਾ ਕਰੋ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖੀ ਚਲੀ ਆ ਰਹੀ, ਅੱਜ ਮਹਾਰਾਜ ਟੁੱਟੇ ਰਹਿ ਗਏ, ਫਿਰ ਟੁੱਟੀ ਰਹੇਗੀ ਸੰਗਤ, ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ, ਬਦਾਵਾ ਪਾੜ ਦਿਓ ਮਹਾਰਾਜ, ਸਾਡਾ ਆਪਦੇ ਚਰਨਾਂ 'ਚ ਸੰਬੰਧ ਜੋੜ ਲਓ। ਆਪ ਜੀ ਨੇ ਖੁਸ਼ ਹੋ ਕੇ ਸਤ ਸੰਗਤ ਬਦਾਵਾ ਪਾੜਨਾ ਔਰ ਭਾਈ ਮਹਾ ਸਿੰਘ ਦੀ ਮਹਿਮਾ ਵਡਿਆਈ ਕਰਨੀ। ਉਸ ਤੋਂ ਉਪਰੰਤ ਸਾਰੇ ਬਰਾੜ ਹੋਰ ਜਿੰਨੇ ਸੰਗੀ ਨਾਲ ਸੀ ਸਾਰਿਆਂ ਨੂੰ ਕਿਹਾ, ਲਿਆਓ ਭਾਈ, ਇਹ ਤੁਹਾਡੇ ਗੁਰ ਭਾਈ ਨੇ ਸ਼ਹੀਦੀਆਂ ਪਾ ਚੁੱਕੇ ਹਨ, ਇਹਨਾਂ ਦਾ ਸੰਸਕਾਰ ਕਰੀਏ। ਆਪ ਜੀ ਨੇ ਆਪਣੇ ਹੱਥੀਂ ਸਤ ਸੰਗਤ ਜੀ ਸੰਸਕਾਰ ਕਰਕੇ ਖਦਰਾਣੇ ਦੀ ਢਾਬ ਨੂੰ ਕੌਣ ਜਾਣਦਾ ਸੀ, ਅੱਜ ਦੁਨੀਆ ਦੇ ਕੋਨੇ ਕੋਨੇ ਤੇ ਸਤ ਸੰਗਤ ਜੀ ਸ੍ਰੀ ਮੁਕਤਸਰ ਸਾਹਿਬ ਤੀਰਥ ਬਣਿਆ ਪਿਆ ਹੈ। ਇਹ ਗੁਰੂ ਕੇ ਸਿੱਖਾਂ ਦੀ ਕੁਰਬਾਨੀ ਦਾ ਸਦਕਾ ਹੈ, ਜਿਨ੍ਹਾਂ ਨੇ ਸਤ ਸੰਗਤ ਜੀ ਆਪਣਾ ਖੂਨ ਡੋਲਿਆ ਉਸ ਧਰਤੀ ਦੇ ਉੱਤੇ। ਸੋ ਪ੍ਰੇਮੀਓ, ਜਿਸ ਪ੍ਰਕਾਰ ਮਹਾਰਾਜ ਮੁਕਤਸਰ ਸਾਹਿਬ ਤੀਰਥ ਦੀ ਮਹਿਮਾ ਕਹਿ ਰਹੇ ਨੇ, ਨਾਲ ਹੀ ਅੱਗੇ ਮਾਈ ਭਾਗੋ ਸਤ ਸੰਗਤ ਜੀ ਜੋ ਨਾਲ ਹੈ ਉਹਦਾ ਪ੍ਰਸੰਗ ਆ ਰਿਹਾ ਹੈ। ਉਹ ਝਾੜਾਂ 'ਚ ਵਿਚਾਰੀ ਫੱਟੜ ਹੋਈ ਪਈ ਹੈ, ਉਹ ਕਿਸੇ ਨੇ ਦੇਖੀ ਨਹੀਂ। ਇੱਕ ਸਿੰਘ ਕੁਦਰਤੀ ਉਧਰ ਗਿਆ ਤਾਂ ਉਹਦੀ ਦ੍ਰਿਸ਼ਟੀ ਆਈ। ਜਿਸ ਪ੍ਰਕਾਰ ਮਹਾਰਾਜ ਜੀ ਉਸ ਨੂੰ ਨਿਹਾਲ ਕਰਨਗੇ, ਇਹ ਕਥਾ ਜਿਵੇਂ ਭਾਈ ਅੱਗੇ ਵਰਣਨ ਹੈ ਉਹ ਆਪਾਂ ਵਿਚਾਰੀਏ, ਜਿਸ ਕਰਕੇ ਆਪਣਾ ਵੀ ਜੀਵਨ ਸਫਲਾ ਹੋਵੇ। ਇੱਥੇ 40 ਮੁਕਤਿਆਂ ਦਾ ਸੰਸਕਾਰ ਕਰਕੇ ਸ੍ਰੀ ਮੁਕਤਸਰ ਸਾਹਿਬ ਖਦਾਣੇ ਦੀ ਢਾਬ ਦੇ ਕਿਨਾਰੇ ਤੇ ਸੱਚੇ ਪਾਤਸ਼ਾਹ ਨੇ ਮਹਿਮਾ ਬੜੀ ਕਹੀ ਇਸ ਤੀਰਥ ਦੀ। ਸੁਭਾਏਮਾਨ ਮੁਖੋਂ ਆਪ ਕਹਿੰਦੇ, ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਹੇ ਗੁਰਸਿੱਖੋ, ਜਿੱਥੇ ਕੋਈ ਤਪੱਸੀ ਸਾਰੀ ਜ਼ਿੰਦਗੀ ਇੱਕ ਥਾਂ ਰਹਿ ਕੇ ਸਾਧਨ ਕਰਦਾ ਹੋਇਆ, ਪਰਮੇਸ਼ਰ ਦੀ ਪ੍ਰਾਪਤੀ ਦੇ ਭਜਨ ਬੰਦਗੀ ਕਰਦਾ ਹੋਇਆ ਆਪਣੀ ਜ਼ਿੰਦਗੀ ਬਤੀਤ ਕਰ ਦੇਵੇ, ਉਸ ਥਾਂ ਨੂੰ ਦੁਨੀਆ ਪਵਿੱਤਰ ਮੰਨਦੀ ਹੈ ਕਿ ਇੱਥੇ ਫਲਾਣੇ ਤਪੱਸੀ ਨੇ ਤਪੱਸਿਆ ਕੀਤੀ ਹੈ। ਉਸ ਸਥਾਨ ਨੂੰ ਤੀਰਥ ਕਹਿੰਦੇ ਹਨ। ਹੇ ਗੁਰਸਿੱਖੋ, ਇਹ ਜਿਹੜੇ ਭੂਮੀ ਹੈ ਮੁਕਤਸਰ ਸਾਹਿਬ ਦੀ, ਇੱਥੇ ਸਾਡੇ 40 ਸਿੰਘ ਜੋ ਸਿਦਕੀ ਹਨ, ਇਹਨਾਂ ਨੇ ਇੱਥੇ ਖੂਨ ਡੋਲਿਆ, ਪਰਉਪਕਾਰ ਕੀਤਾ, ਟੁੱਟੀ ਗੰਢੀ, ਮਨ ਤਨ ਤਿਆਗ ਦਿੱਤਾ ਹੈ, ਨਿਸ਼ਾਵਰ ਕਰ ਦਿੱਤਾ ਸਾਡੇ ਚਰਨਾਂ ਦੇ ਉੱਤੋਂ ਦੀ, ਸਰੀਰ ਛੱਡ ਦਿੱਤੇ ਤੁਰਕਾਂ ਨਾਲ ਧਰਮ ਦਾ ਜੰਗ ਲੜ ਕੇ। ਲੋ ਗੁਰਸਿੱਖੋ, ਜਦੋਂ ਮਾਘ ਦੇ ਮਹੀਨੇ ਦੀ ਸੰਕਰਾਂਤ ਹੋਵੇਗੀ, ਮਕਰ ਰਾਸ਼ੀ ਵਿੱਚ ਸੂਰਜ ਹੋਵੇਗਾ, ਜੋ ਵੀ ਪ੍ਰੇਮੀ ਮਾਘੀ ਦੇ ਆ ਕੇ ਪੁਰਬ ਨੂੰ ਇਸ਼ਨਾਨ ਕਰਿਆ ਕਰਨਗੇ ਸਰੋਵਰ ਤੇ, ਜੋ ਕਿਸੇ ਦੀ ਮਨ ਦੀ ਕਾਮਨਾ ਹੋਇਆ ਕਰੇਗੀ ਸਾਰਿਆਂ ਦੀਆਂ ਪੂਰੀਆਂ ਹੋਇਆ ਕਰਨਗੀਆਂ। ਜਿਹੜੇ ਜਨਮਾਂ ਜਨਮਾਂ ਦੇ ਪਾਪ ਕੀਤੇ ਹੋਣਗੇ ਉਹ ਇੱਥੇ ਇਸ਼ਨਾਨ ਕਰਨੇ ਮਾਤਰ ਸੇ ਮਿਟ ਜਾਇਆ ਕਰਨਗੇ। ਇਹ ਜਿੱਥੇ ਅਸੀਂ ਸੰਸਕਾਰ ਕੀਤਾ ਹੈ 40 ਗੁਰ ਭਾਈਆਂ ਦਾ, ਭਾਈ ਮਹਾ ਸਿੰਘ ਆਦਿ ਗੁਰਸਿੱਖਾਂ ਦਾ, ਇਹ ਸ਼ਹੀਦਗੰਜ ਸਥਾਨ ਸੁਸ਼ੋਭਿਤ ਹੋਵੇਗਾ।
ਜਿਹੜਾ ਇੱਥੇ ਆ ਕੇ ਦੇਖ ਕਰਾਵੇਗਾ, ਮੱਥਾ ਟੇਕੇਗਾ, ਪ੍ਰਕਰਮਾ ਕਰੇਗਾ, ਜੋ ਇਹ ਜੀ ਸੇਵਾ ਕਰੇਗਾ ਉਹਦੇ ਘਰ ਚ ਧਨ ਮਾਲ ਬਹੁਤ ਵਧੇਗਾ। ਹੁਣ ਤੋਂ ਭਾਈ ਇਸ ਤੀਰਥ ਦਾ ਨਾਮ ਮੁਕਤਸਰ ਸਾਹਿਬ ਹੈ। ਕੋਈ ਸਾਡਾ ਸਿੱਖ ਇਸ ਨੂੰ ਖੁਦਰਾਣੇ ਦੀ ਢਾਬ ਨਾ ਕਹੇ। 40 ਸਾਡੇ ਸਿੰਘ ਇੱਥੇ ਮੁਕਤ ਹੋਏ ਹਨ, ਜਿਨ੍ਹਾਂ ਨੇ ਨਿਸਕਪਟ ਹੋ ਕੇ ਘਾਲਣਾ ਘਾਲੀ ਆ, ਕੁਰਬਾਨੀ ਕੀਤੀ ਆ ਸਾਡੇ ਸਾਹਮਣੇ। ਇਹਦਾ ਨਾਮ ਮੁਕਤਸਰ ਸਾਹਿਬ ਆ। ਸਾਡੇ ਸਿੰਘ ਵੀ ਮੁਕਤ ਹੋ ਚੁੱਕੇ। ਜੋ ਵੀ ਇਸ਼ਨਾਨ ਕਰੇਗਾ ਭਾਵਨਾ ਨਾਲ ਉਹਦੇ ਪਾਪ ਖਤਮ ਹੋ ਜਾਣਗੇ। ਐਸੀ ਮਹਿਮਾ ਖਾਲਸਾ ਜੀ ਮੁਕਤਸਰ ਸਾਹਿਬ ਤੀਰਥ ਦੀ ਕਹੀ ਆਪ ਜੀ ਨੇ। ਸਹੀ ਨੇਚੇ ਕਰਕੇ ਉਹ ਜਗਤ ਵਿੱਚ ਹੁਣ ਵੀ ਪ੍ਰਗਟ ਹੈ। ਸਾਰੀਆਂ ਸੰਗਤਾਂ ਮਾਘੀ ਦਾ ਇਸ਼ਨਾਨ ਕਰਦੀਆਂ। ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ, ਵਿਸਾਖੀ ਦਮਦਮੇ ਸਾਹਿਬ ਦੀ, ਮਾਘੀ ਮੁਕਤਸਰ ਸਾਹਿਬ ਦੀ, ਦੀਵਾਲੀ ਅੰਮ੍ਰਿਤਸਰ ਸਾਹਿਬ ਦੀ। ਪੰਜਾਬ ਦੇ ਅੰਦਰ ਸਤ ਸੰਗਤ ਜੀ ਇਹ ਮਨਾਏ ਜਾਂਦੇ ਨੇ ਪੁਰਬ। ਦੁਸਹਿਰਾ ਚਮਕੌਰ ਸਾਹਿਬ ਦਾ ਇਸੇ ਤਰ੍ਹਾਂ ਸਤ ਸੰਗਤ ਜੀ ਬਾਹਰ ਵੀ ਹੋਲਾ ਮਹੱਲਾ ਤੇ ਦੁਸਹਿਰਾ ਪੌਂਟੇ ਸਾਹਿਬ ਵੀ ਮਨਾਇਆ ਜਾਂਦਾ। ਕਿਉਂ ਮਹਾਰਾਜ 4 ਸਾਲ ਪੌਂਟੇ ਸਾਹਿਬ ਰਹੇ, ਉੱਥੇ ਹੋਲਾ ਮਹੱਲਾ ਖੇਡਦੇ ਰਹੇ ਸਨ। ਦੂਰ ਹੋਣੇ ਕਰਕੇ ਇਸੇ ਤਰ੍ਹਾਂ ਹਜੂਰ ਸਾਹਿਬ 4 ਪੁਰਬ ਮਨਾਏ ਜਾਂਦੇ। ਵਿਸਾਖੀ, ਹੋਲਾ ਮਹੱਲਾ, ਦੁਸਹਿਰਾ ਤੇ ਦੀਵਾਲੀ ਉੱਥੇ ਵੀ ਮਨਾਏ ਜਾਂਦੇ। ਅੱਜ ਕੱਲ ਆਵਾਜਾਈ ਸਿੱਖਾਂ ਦੀ ਬਹੁਤ ਹੋ ਗਈ। ਗੱਡੀਆਂ ਬੱਸਾਂ ਚੱਲ ਪਈਆਂ, ਰੌਣਕਾਂ ਹੋ ਗਈਆਂ। ਜਦੋਂ ਭਾਈ ਤੁਰ ਕੇ ਸਿੰਘ ਜਾਇਆ ਕਰਦੇ ਉਦੋਂ ਥੋੜੇ ਥੋੜੇ ਸਿੰਘ ਹੁੰਦੇ ਜਿਹੜੇ ਪੁਰਬਾਂ ਨੂੰ ਮਨਾਉਂਦੇ ਸੀ। ਅੱਜ ਉੱਥੇ ਵੀ ਪੰਜਾਬ ਵਾਂਗੂ ਮਹਾਰਾਜ ਦੀ ਕਿਰਪਾ ਰੌਣਕਾਂ ਹਨ। ਮਹਾਰਾਜ ਨੇ ਆਪ ਖੜ ਕੇ ਸੰਸਕਾਰ ਕੀਤਾ 40 ਸਿੰਘਾਂ ਦਾ। ਜਦ ਨੂੰ ਸੱਚ ਇੱਕ ਸਿੰਘ ਆਇਆ ਮਹਾਰਾਜ ਦੇ ਨਾਲ ਦਾ ਹੀ ਹੱਥ ਜੋੜ ਕੇ ਬੇਨਤੀ ਕਰਦਾ ਪਿਆ, ਮਹਾਰਾਜ ਜੀ ਉਹ ਝਾੜਾਂ ਦੇ ਵਿੱਚ ਇੱਕ ਇਸਤਰੀ ਪਈ ਹੈ, ਫੱਟੜ ਹੋਈ ਹੈ। ਮੈਂ ਉਹ ਅੰਦਾਜ਼ਾ ਲਾ ਕੇ ਆਇਆ ਵੀ ਜਿਵੇਂ ਤੁਰਕਾਂ ਨਾਲ ਲੜੀ ਹੁੰਦੀ ਹੈ। ਉਹਦੇ ਜੀ ਖੂਨ ਨਿਕਲ ਰਿਹਾ ਹੈ, ਕਿਤਨੇ ਕੁ ਜ਼ਖਮ ਲੱਗੇ ਹੋਏ ਨੇ ਸਰੀਰ ਤੇ। ਇਸ ਵੇਲੇ ਬੇਹੋਸ਼ ਨਹੀਂ ਹੈ, ਪਈ ਹੈ, ਚੁੱਪ ਕੀਤੀ, ਜਿਉਂਦੀ ਹੈ। ਸਿੰਘ ਕਹਿਣ ਲੱਗਾ ਮਹਾਰਾਜ ਤੁਸੀਂ ਚੱਲ ਕੇ ਦੇਖੋ। ਸਤਿਗੁਰੂ ਜੀ ਤਾਂ ਅੰਤਰਜਾਮੀ ਸੀ। ਸੁਣ ਕਰਕੇ ਸਿੰਘ ਦਾ ਸੁਨੇਹਾ ਹੌਲੀ ਹੌਲੀ ਮੁਸਕਰਾਏ। ਸਿੰਘ ਨੂੰ ਕਹਿੰਦੇ ਚੱਲ ਭਾਈ ਦਿਖਾ ਕਿੱਥੇ ਇਸਤਰੀ ਪਈ ਹੈ ਫੱਟੜ ਹੋਈ ਹੋਈ। ਆ ਗਏ ਉੱਥੇ ਝਾੜਾਂ ਦੇ ਵਿੱਚ ਸਤ ਸੰਗਤ ਜੀ ਫੱਟੜ ਹੋਈ ਪਈ ਹੈ, ਵਸਤਰ ਫਟੇ ਪਏ ਹਨ ਮਾਤਾ ਭਾਗੋ ਦੇ। ਤੁਰਕਾਂ ਦੇ ਹੱਥੋਂ ਕਿਤਨੇ ਤਲਵਾਰਾਂ ਦੇ ਫੱਟ ਸਰੀਰ ਤੇ ਲੱਗੇ ਹੋਏ ਹਨ। ਜਦੋਂ ਸਤਿਗੁਰੂ ਨੇ ਜਾ ਕੇ ਖੜ ਕੇ ਪਈ ਦੇਖੀ ਫੱਟੜ ਹੋਈ ਹੋਈ, ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕਹੇ, ਪੁੱਤ ਦੀ ਇੱਛਾ ਧਾਰ ਕੇ ਸਤ ਸੰਗੀ ਆਈ ਸੀ ਮਾਤਾ ਭਾਗੋ ਅਸਲ ਵਾਸਤਵ ਵਿੱਚ। ਇਹਨੂੰ ਪਤਾ ਲੱਗਿਆ ਕਿ ਮਾਝੇ ਦੀ ਸੰਗਤ ਗੁਰੂ ਸਾਹਿਬ ਦੇ ਪਾਸ ਨੂੰ ਚੱਲੀ ਹੈ। ਇਹਨੂੰ ਆਪਣੇ ਪੁੱਤਰ ਦੀ ਇੱਛਾ ਸੀ। ਇਹਨੇ ਸੋਚਿਆ ਮੈਂ ਵੀ ਇਹਨਾਂ ਦੇ ਨਾਲ ਹੀ ਚੱਲਾਂ, ਦਰਸ਼ਨ ਕਰਾਂਗੀ। ਉਹ ਹੁਣ ਮਹਾਰਾਜ ਜੀ ਭਾਵਨਾ ਤਾਂ ਹਿਰਦੇ ਦੀ ਜਾਣਦੇ ਨੇ ਵੀ ਆਇਆ ਕੋਈ ਕਿਵੇਂ ਪ੍ਰਯੋਜਨ ਮੁੱਖ ਰੱਖਦੇ ਹੈ। ਸਭ ਦਾ ਆਉਣਾ ਵੱਖਰਾ ਵੱਖਰਾ ਹੁੰਦਾ, ਨਿਸ਼ਾਨਾ ਹਰ ਇੱਕ ਦਾ। ਸਤਿਗੁਰੂ ਜੀ ਨੇ ਬਚਨ ਕਰ ਦਿੱਤੇ ਜੋ ਇਹਦੇ ਮਨ ਵਿੱਚ ਕਾਮਨਾ ਲੈ ਕੇ ਆਈ ਸੀ। ਮਹਾਰਾਜ ਕਹਿੰਦੇ ਪੁੱਤਾਂ ਕਾਰਨ ਆਈਆਂ ਪੀਰੀ, ਸੁੱਥਣ ਲਾਹੇ ਲਈ ਪੇ ਪੀਰੀ। ਇਹ ਬਚਨ ਕਹੇ ਤੂੰ ਪੁੱਤ ਦੀ ਇੱਛਾ ਧਾਰ ਕੇ ਆਈ ਸੀ ਪੀਰਾਂ ਗੁਰੂਆਂ ਦੇ ਪਾਸ। ਸੁੱਥਣ ਲਾਹੇ ਲਈ ਪੇ ਪੀਰੀ। ਕੀ ਹੋਇਆ ਤੂੰ ਬੇਮਰਜ਼ਾਦ ਹੋਈ, ਸੁੱਥਣ ਆਦਿਕ ਨਹੀਂ ਰੱਖੀ ਤੈਂ। ਕੀ ਸੋਹਣਾ ਜੱਤ ਸਤ ਦੀ ਨਿਸ਼ਾਨੀ ਕਸ਼ਹਿਰਾ ਪਾਇਆ। ਵੀਰ ਅਸੀਂ ਯੋਧਿਆਂ ਨਾਲ ਬਾਣਾ ਪਾ ਕਰਕੇ ਤੂੰ ਸੈਂਥੀ 9 ਸਤ ਸੰਗ ਜੀ ਬਰਛੀ ਦਾ ਹੁੰਦਾ ਹੈ। ਬਰਛੀ ਪਕੜ ਕਰਕੇ ਤੂੰ ਤੁਰਕਾਂ ਦਾ ਮੁਕਾਬਲਾ ਕੀਤਾ ਹੈ।
ਇਉਂ ਬਚਨ ਕਹਿ ਕੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਮਾਈ ਭਾਗੋ ਵੱਲ। ਕਾਵਨ ਕੀ ਪੀਰ ਬਦਾਰੀ ਖਾਲਸਾ ਜੀ ਇਹ ਦੇਖ ਲੋ, ਗੁਰੂ ਬਣ ਨੂੰ ਤਾਂ ਹਰੇਕ ਦਾ ਚਿੱਤ ਕਰਦਾ। ਕਲਯੁਗ ਸਿੱਖ ਦਾ ਦੱਸਿਆ ਕੋਈ ਸਭ ਕੋਈ ਗੁਰੂ ਕਹਾਵੈ। ਸਿੱਖ ਬਣ ਨੂੰ ਕਿਸੇ ਦਾ ਜੀ ਨਹੀਂ ਸਕਦਾ, ਕਹਿੰਦਾ ਮੈਂ ਵੀ ਗੁਰੂ ਹੋਵਾਂ ਉਹ ਵੀ ਗੁਰੂ ਹੋਵੇ। ਪਰ ਸੱਚ ਦੀ ਆਹ ਦ੍ਰਿਸ਼ਟੀ ਕਿੱਥੋਂ ਆਵੇਗੀ? ਦ੍ਰਿਸ਼ਟੀ ਕਰਨ ਦੀ ਦੇਰ ਸੀ ਸੱਚੇ ਪਾਤਸ਼ਾਹ ਦੇ, ਜਦੋਂ ਸਾਰੀ ਪੀੜਾ ਚੱਕਦੀ ਜ਼ਖਮਾਂ ਦੀ। ਕੋਈ ਮਾਤਾ ਭਾਗੋ ਦੇ ਸਤ ਸੰਗਤ ਜੀ ਸੰਕਟ ਨਹੀਂ ਰਿਹਾ ਜਦੋਂ ਐਸੀ ਅੰਮ੍ਰਿਤ ਦ੍ਰਿਸ਼ਟੀ ਕੀਤੀ। ਉਤੋਂ ਚਲਿਆ ਸੰਗ ਹਮਾਰੇ ਤਨ ਕਾਵਨ ਕੀ ਪੀਰ ਬਦਾਰੀ। ਉਸ ਵੇਲੇ ਸਰੀਰ ਦੇ ਸੱਸਣੀ ਜ਼ਖਮਾਂ ਦੀ ਜਿਹੜੀ ਪੀੜਾ ਸੀ ਉਹ ਖਤਮ ਕਰਕੇ ਰੱਖ ਦਿੱਤੀ। ਨਾਲ ਹੀ ਬਚਨ ਕਹੇ ਉੱਠ। ਉਤੋਂ ਚਲਿਆ ਸੰਗ ਹਮਾਰੇ ਕਹਿਣ ਲੱਗੇ ਚੱਲ ਮਾਤਾ ਸਾਡੇ ਨਾਲ ਚੱਲ, ਉੱਠ ਖੜ। ਜੈ ਮਨੋਰਥ ਪੁਰਵੈ ਸਾਰੇ ਜੇ ਤੇਰੀ ਕੋਈ ਇੱਛਾ ਹੈ ਉਹ ਪੂਰੀ ਕਰ ਦੀਏ। ਸੰਕਾਰੇ ਉਠੀ ਬੰਦਨਾ ਠਾਨੀ ਸਤ ਸੰਗਤ ਜੀ ਮਾਤਾ ਫੱਟੜ ਹੋਈ ਸੀ, ਪੀੜਾ ਚੱਕ ਦਿੱਤੀ ਮਹਾਰਾਜ ਦ੍ਰਿਸ਼ਟੀ ਨਾਲ। ਮਹਾਰਾਜ ਦਾ ਹੁਕਮ ਸੁਣ ਕਰਕੇ ਉੱਠੀ, ਮੱਥਾ ਟੇਕਿਆ ਉੱਠ ਕੇ। ਅਦਕ ਆਨੰਦ ਗਿਰਾ ਬਿਖਾਨੀ ਬਹੁਤ ਹੀ ਹਿਰਦੇ ਜਨਨ ਧਾਰ ਕੇ ਬਾਣੀ ਕਹੀ। ਜਗ ਮਾਝੇ ਤੇ ਸਿੱਖ ਗਨ ਚੱਲੇ ਇਹ ਮਹਾਰਾਜ ਜਦੋਂ ਮਾਝੇ ਤੋਂ ਸਿੰਘ ਤੁਹਾਡੇ ਦਰਸ਼ਨਾਂ ਨੂੰ ਆਏ ਨੇ, ਸਾਵਰ ਕੇ ਦਰਸ਼ਨ ਹਿਤ ਮਿਲੇ ਸਾਰੇ ਇਕੱਠੇ ਹੋਏ ਤੁਹਾਡੇ ਦਰਸ਼ਨਾਂ ਲਈ। ਮੈਂ ਸੁਧ ਕੀ ਧਰ ਪੁਰ ਆਸ਼ਾ ਮੇਰੇ ਮਨ 'ਚ ਪੁੱਤਰ ਦੀ ਆਸ਼ਾ ਸੀ, ਮੈਂ ਇਹਨਾਂ ਦੇ ਨਾਲ ਆਈ। ਪਹੁੰਚੀ ਆਏ ਤੁਮਾਰੇ ਪਾਸਾ ਤੁਹਾਡੇ ਪਾਸ ਆ ਕੇ ਪਹੁੰਚੀ ਹਾਂ ਜੀ। ਨਾ ਕਰਨ ਕੋ ਕਾ ਮੰਡੇਰਾ ਇੱਥੇ ਦੇਖ ਰਿਹਾ ਕਿ ਫੌਜ ਚੜੀ ਆ ਰਹੀ ਹੈ। ਮਾਝੇ ਦੇ ਸਿੰਘਾਂ ਨਾਲ ਤੁਸੀਂ ਵਿਚਾਰਾਂ ਕੀਤੀਆਂ, ਮੈਨੂੰ ਅਵਸਰ ਨਹੀਂ ਮਿਲਿਆ, ਮੌਕਾ ਨਹੀਂ ਮਿਲਿਆ ਕਿ ਮੈਂ ਤੁਹਾਡੇ ਕੋਲੋਂ ਪੁੱਤ ਦੀ ਮੰਗ ਮੰਗਦੀ। ਇੱਥੇ ਦਾ ਮੈਂ ਮਾਹੌਲ ਹੋਰ ਦੇਖਿਆ। ਹੋਰ ਵਿੱਚ ਕਮਜੋਰੀਏ ਸਨੇਰਾ ਇਹ ਮਹਾਰਾਜ ਮੇਰਾ ਵੀ ਤੁਹਾਡੇ ਚਰਨਾਂ 'ਚ ਪ੍ਰੇਮ ਜਾਗਿਆ। ਮੇਰੇ ਮਨ 'ਚ ਉਤਸ਼ਾਹ ਹੋਇਆ ਕਿ ਮੈਂ ਜੰਗ ਲੜਾਂ ਧਰਮ ਦਾ। ਮਿਲ ਸਿੰਘਨ ਕੇ ਸੰਗ ਕਿਸਾਈ ਮੈਂ ਮਹਾਰਾਜ ਇੱਥੇ ਹੀ 40 ਸਿੰਘਾਂ ਨਾਲ ਮਿਲ ਕਰਕੇ ਸੰਤਾਪ ਮਚਾਈ ਲੜਾਈ ਤੁਰਕਾਂ ਦੇ ਨਾਲ ਮਹਾਰਾਜ ਲੜਨਾ ਕੀਤਾ ਤੁਹਾਡੀ ਕਿਰਪਾ ਪਾ ਕੇ। ਸਾਨ ਕਰ ਵੀ ਕਰ ਮੇਰੇ ਸੱਚੇ ਪਾਤਸ਼ਾਹ ਮੇਰੇ ਹੱਥ ਵਿੱਚ ਬੜੀ ਭਾਰੀ ਬਰਛੀ ਸੀ। ਮਨਾਨ ਢੁਕਿਓ ਜਬ ਮੇਰੇ ਜਿਸ ਵੇਲੇ ਦੁਸ਼ਮਣ ਘੋੜੇ ਤੇ ਸਵਾਰ ਸੀ ਮੇਰੇ ਨੇੜੇ ਢੁਕਿਆ। ਬਲ ਤੇ ਹਦੀ ਪੁਰੋਵਨ ਕੀਨਾ ਮੈਂ ਮਹਾਰਾਜ ਬਲ ਦੇ ਨਾਲ ਐਸੀ ਛਾਤੀ ਚ ਮਾਰੀ, ਤੁਰਕ ਦੇ ਪਰੋ ਕੇ ਰੱਖ ਦਿੱਤਾ। ਤਰੰਗ ਤੇੜਾ ਸਦੀਨਾ ਖਿੱਚ ਕੇ ਬਰਛੀ ਘੋੜੇ ਦੇ ਉੱਤੋਂ ਤੁਰਕ ਨੂੰ ਥੱਲੇ ਸਿੱਟ ਦਿੱਤਾ। ਪਰ ਆਨ ਲੈ ਖੈਂਚ ਕਰਪਾਨ ਤੁਰਕਾਂ ਹੋਰਾਂ ਮੁਸਲਮਾਨਾਂ ਨੇ ਆ ਕੇ ਕਿਰਪਾਨਾਂ ਬਾਹਤੀਆਂ ਮੇਰੇ ਸਰੀਰ ਤੇ। ਇੱਕ ਦੋ ਵਾਰ ਕਰੇ ਬਦਥਾਨ ਬਲ ਧਾਰ ਕੇ ਮੈਂ ਵੀ ਹੋਰ ਕਈ ਵਾਰ ਕੀਤੇ, ਉਹਨਾਂ ਨੇ ਮੇਰੇ ਤੇ ਵਾਰ ਕੀਤੇ। ਰਾਵਣ ਦੇ ਕਰਾਤ ਬਚਾਈ ਇਹ ਮਹਾਰਾਜ ਮੇਰੇ ਗੁਰ ਭਾਈ ਤਾਂ ਸਾਰੇ ਸ਼ਹੀਦੀਆਂ ਪਾ ਗਏ, ਤੁਸੀਂ ਮੇਰੇ ਤੇ ਕਿਰਪਾ ਦਾ ਹੱਥ ਰੱਖ ਕੇ ਮੈਨੂੰ ਬਚਾ ਲਿਆ। ਫੱਟੜ ਮੇਰਾ ਸਰੀਰ ਬਹੁਤ ਹੋਇਆ ਹੈ। ਅਬ ਬਾਸ਼ਾ ਮੁਜਰੇ ਦੀ ਨਾ ਪਾਈ ਮਹਾਰਾਜ ਹੁਣ ਪੁੱਤਰਾਂ ਧੀਆਂ ਦੀ ਪ੍ਰਾਪਤੀ ਦੀ ਇੱਛਾ ਹੀ ਨਹੀਂ ਰਹਿਣ ਦਿੱਤੀ। ਤੁਸੀਂ ਮੰਗਾ ਕੀ, ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ। ਸਤਿਗੁਰ ਸੰਗ ਰਹੋ ਨਿਤ ਸਵੈ ਮਹਾਰਾਜ ਮੇਰੇ ਮਨ ਵਿੱਚ ਹੁਣ ਇੱਛਾ ਤੁਹਾਡੀ ਸੰਗਤ ਸਾਰੀ ਜ਼ਿੰਦਗੀ ਕਰਾਂ। ਕਿਰਪਾ ਕਰੋ ਅਖੀਰਲੇ ਸਵਾਸ ਤੱਕ ਤੁਹਾਡੇ ਚਰਨ ਨਾਮੇ ਤੋਂ ਵਿਛੋੜਾ ਨਾ ਹੋਵੇ। ਇਹਨੇ ਭਾਵਨਾ ਨਾਲ ਬਚਨ ਕਹੇ ਮਾਤਾ ਭਾਗੋ ਨੇ। ਜਗਤ ਕਾਨ ਕੀ ਲਜ ਤਜ ਸਵੈ ਐਸੇ ਵੇਲੇ ਮਹਾਰਾਜ ਜਗਤ ਦੀ ਜਿਹੜੀ ਕਨੋੜ ਹੈ ਨਾ, ਬੁੜੀਆਂ ਨੇ ਪਰਦੇ 'ਚ ਰਹਿਣਾ, ਜਨਾਨਾ ਵਸਤਰ ਪਾ ਕੇ ਰੱਖਣਾ, ਉਹ ਮੈਂ ਤਿਆਗ ਦਿੱਤਾ ਹੈ। ਸਤਿਗੁਰ ਬਾਗੋ ਚਾਰਾ ਸਤਿਗੁਰੂ ਜੀ ਨੇ ਹੱਸ ਕੇ ਬਚਨ ਕਹੇ ਇਹਦਾ ਪ੍ਰੇਮ ਦੇਖ ਕੇ। ਭਲੋ ਮਨੋਰ ਤੈਵਰ ਧਾਰਾ ਅੱਛਾ ਮਾਤਾ ਤਾਂ ਸੋਹਣਾ ਸੰਕਲਪ ਮਨ ਵਿੱਚ ਧਾਰਿਆ ਹੈ, ਤੇਰਾ ਕੋਈ ਪੂਰਵਲਾ ਪੁੰਨ ਹੈ। ਜਨਮ ਮਰਨ ਤੇ ਅਬ ਟੁੱਟ ਜੈ ਹੈ ਵਰ ਦੇ ਦਿੱਤਾ ਮਹਾਰਾਜ ਨੇ, ਕਹਿੰਦਾ ਜੇ ਤੇਰੀ ਇਹ ਇੱਛਾ ਨਾ ਵੀ ਗੁਰੂ ਘਰ ਸੇਵਾ ਹੀ ਕਰਨੀ ਹੈ, ਮੁੜ ਕੇ ਗ੍ਰਸਥ ਘਰ ਵਿੱਚ ਨਹੀਂ ਬਣਨਾ, ਜਾ ਕੇ ਬਾਹਰ ਰਹਿਣਾ ਹੈ ਸਾਡੀ ਸੰਗਤ ਵਿੱਚ, ਤੂੰ ਜੰਮਣ ਮਰਨ ਤੋਂ ਛੁੱਟ ਜਾਵੇਂਗੀ। ਅੱਗੇ ਵਾਸਤੇ ਤੇਰੇ ਜੰਮਣ ਮਰਨ ਨਹੀਂ ਹੈ। ਲੋਕ ਲਾਜ ਕੋ ਤਿਆਗਨ ਹੈ ਤੂੰ ਲੋਕ ਲਾਜ ਨੂੰ ਤਿਆਗ ਦਿੱਤਾ ਹੈ। ਇਸ ਪ੍ਰਕਾਰ ਕਰ ਕਹਿ ਕ੍ਰਿਤ ਸਾਰੀ ਜਿਉਂ ਸੱਚੇ ਪਾਤਸ਼ਾਹ ਵਰ ਦੇ ਕਰਕੇ ਮਹਾ ਸਿੰਘ ਕੀ ਬਾਤ ਉਚਾਰੀ ਮਹਾ ਸਿੰਘ ਦੀ ਸਿਫਤ ਕਰਨ ਲੱਗੇ ਦਸਵੇਂ ਪਾਤਸ਼ਾਹ। ਨੋ ਮਹਾ ਸਿੰਘ ਉਪਕਾਰਾ ਭਾਈ ਮਹਾ ਸਿੰਘ ਨੇ ਬੜਾ ਪਰਉਪਕਾਰ ਕੀਤਾ। ਸਤ ਸੰਗਤ ਜੀ ਮਾਤਾ ਭਾਗੋ ਜੀ ਸਤਿਗੁਰਾਂ ਦੇ ਦਲ ਦੇ ਨਾਲ ਹੀ ਰਹੀ ਹੈ, ਮਸਤ ਰਹਿੰਦੀ ਸੀ। ਪਹਿਲੀ ਵਸਤ ਸਤ ਸੰਗਤ ਜੀ ਨਗਨ ਰਹਿਣ ਲੱਗ ਗਈ। ਕਿਉਂ? ਬ੍ਰਹਮ ਗਿਆਨੀ ਨੂੰ ਜਿਸ ਵੇਲੇ ਵਿਦੇ ਮੁਕਤ ਹੋ ਜਾਂਦਾ,
ਦੇਹ ਨਾਲ ਸੰਬੰਧ ਨਹੀਂ ਰਹਿੰਦਾ। ਉਹਨੂੰ ਲੋਕ ਲਾਜ ਵਗੈਰਾ ਇਸ ਤੋਂ ਵਿਰਤੀ ਤਾਂ ਹੋ ਜਾਂਦੀ ਹੈ। ਸਿੰਘਾਂ ਨੇ ਦੱਸਿਆ ਕਿ ਮਾਤਾ ਜੀ ਇਹ ਬਿਲਕੁਲ ਜੀ ਇਹ ਤਾਂ ਨਗਨ ਰਹਿੰਦੇ ਨੇ। ਸਤਿਗੁਰੂ ਜੀ ਨੇ ਫਿਰ ਕੋਲ ਬੁਲਾ ਕੇ ਕਿਹਾ, ਮਾਤਾ ਸੰਸਾਰ ਦੀ ਜਿਹੜੀ ਰਹੁ ਰੀਤੀ ਆ ਉਹ ਵੀ ਆਪਾਂ ਤਿਆਗਣੀ ਨਹੀਂ। ਠੀਕ ਆ, ਤੁਹਾਡੀ ਅਵਸਥਾ ਬਿਰਤੀ ਬ੍ਰਹਮਾਕਾਰ ਹੈ। ਸੰਤ ਜਨਾ ਕਾ ਦੂਗਰਾ ਉਡ ਨਗਰ ਨਾ ਹੋਈ, ਸਾਖਤ ਸਰਪੋਰ ਪਾਉ ਰੇਸ਼ਮੀ ਪਹਿਰਤ ਪਤ ਖੋਈ। ਸਾਖਤ ਪੁਰਸ਼ ਕਿੰਨੇ ਵਸਤਰ ਭਾਵੇਂ ਘੰਟੇ ਘੰਟੇ ਬਾਅਦ ਫੈਸ਼ਨ ਬਦਲੀ ਜਾਣ, ਉਹ ਨੰਗੇ ਹੀ ਨੇ, ਉਹਨਾਂ ਦੀ ਇੱਜ਼ਤ ਨਹੀਂ ਹੈ। ਜਿਹੜੇ ਭਾਈ ਇੱਜ਼ਤ ਵਾਲੇ ਨੇ, ਸਾਧੂ ਦਾ ਭਾਵੇਂ ਲੰਗੋਟਾ ਵੀ ਟਾਕੀਆਂ ਵਾਲਾ ਹੋਵੇ, ਉਹ ਇੱਜ਼ਤ ਦੇ ਸਹਿਤ ਆ, ਉਹਨੂੰ ਕੋਈ ਨੰਗਾ ਨਹੀਂ ਕਰ ਸਕਦਾ। ਸਹਿ ਨੰਗੇ ਨਾ ਨੰਗ ਭੁੱਖੇ ਲੱਖ ਦਾ ਭੁੱਖਿਆ। ਜਿਨ੍ਹਾਂ ਨੂੰ ਤ੍ਰਿਸ਼ਨਾ ਦੀ ਭੁੱਖ ਨਹੀਂ ਹੈ, ਉਹਨਾਂ ਨੂੰ ਸੱਚ ਨਹੀਂ ਕੋਈ ਵੀ ਭੁੱਖ ਨਹੀਂ ਹੈ। ਜਿਹਨੂੰ ਤ੍ਰਿਸ਼ਨਾ ਦੀ ਭੁੱਖ ਹੈ, ਆਹ ਭੁੱਖ ਭਾਵੇਂ ਆਪਾਂ ਰੋਜ਼ ਮੇਟਦੇ ਫੇਰ ਸਤ ਸੰਗਤ ਜੀ ਲੱਗੇ ਆਉਂਦੀ, ਲੇਕਿਨ ਅਸਲੀ ਮੇਟੀਏ ਤਾਂ ਤ੍ਰਿਸ਼ਨਾ ਦੀ ਭੁੱਖ ਮੇਟੀਏ। ਜੇ ਨੰਗ ਸਤ ਸੰਗਤ ਜੀ ਢਕਣਾ ਹੋਵੇ ਤਾਂ ਇੱਜ਼ਤ ਦੇ ਸਹਿਤ ਹੋਈਏ। ਜਿਹੜਾ ਇੱਜ਼ਤ ਦੇ ਸਹਿਤ ਹੈ, ਉਹਨੂੰ ਕੋਈ ਸਤ ਸੰਗਤ ਜੀ ਨੰਗਾ ਕਰਨ ਵਾਲਾ ਨਹੀਂ ਹੈ। ਜਿਹੜੇ ਚੌਗਣ ਹੁੰਦੇ ਆ, ਡਟਦੇ, ਕਹਿੰਦੇ ਕਰਾਂ ਤੈਨੂੰ ਨੰਗਾ, ਵਸਤਰਾਂ ਤੋਂ ਤਾਂ ਨਹੀਂ ਨੰਗਾ ਕਰਦਾ ਹੁੰਦਾ, ਉਹ ਉਗਣ ਦਾ ਹੁੰਦਾ, ਕਰਦਾ ਤੈਨੂੰ ਨੰਗਾ ਤਕੜਾ ਹੋ ਜਾ ਕਹਿੰਦਾ। ਸੋ ਸਤ ਸੰਗਤ ਜੀ ਮਾਤਾ ਜੀ ਦੀ ਬ੍ਰਹਮਾਕਾਰ ਬਿਰਤੀ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਕੱਜ ਕੇ ਰੱਖਣਾ ਹੈ ਸਰੀਰ। ਉਸ ਦਿਨ ਤੋਂ ਸੱਤ ਕਰਕੇ ਆਗਿਆ ਮੰਨੀ ਮਾਤਾ ਭਾਗੋ ਜੀ ਨੇ। ਛੋਟਾ ਦਸਤਾਰਾ ਰੱਖਦੇ ਮਾਤਾ ਜੀ, ਜੂੜਾ ਕਰਕੇ ਸੀਸ ਦੇ ਉੱਤੇ, ਦੋ ਚਾਦਰੇ ਰੱਖਦੇ, ਗਾਦੀ ਲਾ ਕੇ ਰੱਖਦੇ, ਇੱਕ ਚਾਦਰਾ ਮੋਢੇ ਤੇ ਰੱਖ ਛੱਡਦੇ। ਜੇ ਇੱਕ ਸਤਸੰਗ ਜੀ ਸਾਫ ਕਰਨਾ ਹੋਵੇ, ਧੋਣਾ ਹੋਵੇ, ਦੂਸਰਾ ਗਾਦੀ ਕਰ ਲੈਣਾ, ਐ ਬਦਲ ਕੇ। ਜਾਂ ਕਸ਼ਹਿਰੇ ਦੋ ਰੱਖਦੇ ਤੇ ਬਰਛੀ ਹਮੇਸ਼ਾ ਹੱਥ ਵਿੱਚ ਰੱਖਦੇ। ਦੱਖਣ ਚ ਜਿਸ ਵੇਲੇ ਗਏ ਨੇ, ਉਸ ਇਲਾਕੇ ਚ ਮਾਤਾ ਜੀ ਨੇ ਵੱਖਰੇ ਹੋ ਕੇ ਬੜਾ ਪ੍ਰਚਾਰ ਕੀਤਾ। ਮਾਤਾ ਜੀ ਗੁਰੂ ਕੀ ਸੰਗਤ ਵਿੱਚ ਵੀ ਰਹਿੰਦੇ, ਪਰ ਇਲਾਕੇ ਵਿੱਚ ਵੀ ਵਿਚਰਦੇ। ਉਸ ਇਲਾਕੇ ਦੇ ਜਿਤਨੇ ਬਨਜਾਰੇ ਤੇ ਲਵਾਣੇ ਹਨ, ਸਾਰੇ ਸਤ ਸੰਗਤ ਜੀ ਉਹਨਾਂ ਨੂੰ ਜਾ ਕੇ ਪੁੱਛੋ ਵੀ ਉਹਨਾਂ ਦੇ ਹਿਰਦੇ ਵਿੱਚ ਮਾਤਾ ਭਾਗੋ ਜੀ ਦਾ ਥਾਂ ਕਿੰਨਾ ਕੁ ਹੈ। ਇੰਨੀ ਭਾਵਨਾ ਸਤ ਸੰਗਤ ਜੀ ਮਾਤਾ ਜੀ ਦੀਆਂ ਮੂਰਤੀਆਂ ਬਣਾ ਬਣਾ ਕੇ ਹੁਣ ਤੱਕ ਪੂਜਦੇ ਹਨ। ਇਸੇ ਤਰ੍ਹਾਂ ਮਾਤਾ ਭਾਗੋ ਜੀ ਦਾ ਬੁੰਗਾ ਕੌਣ ਭੁੱਲਿਆ ਹੋਇਆ। ਸਤ ਸੰਗਤ ਜੀ ਸੱਚਖੰਡ ਬਰਾਬਰ ਹੈ। ਸੋ ਆਪ ਜੀ ਮਾਤਾ ਜੀ ਸਤ ਸੰਗਤ ਜੀ ਨਾਨਕ ਢੇਰਾ ਜਿੱਥੇ 120 ਮੀਲ ਹਜੂਰ ਸਾਹਿਬ ਤੋਂ, ਉੱਥੇ ਨੇੜੇ ਜਨਵਾਰਾ ਇੱਕ ਸਤ ਜੀ ਕਸਬਾ ਸੀ ਛੋਟਾ ਜਿਹਾ, ਉੱਥੇ ਮਾਤਾ ਜੀ ਨੇ ਸਰੀਰ ਤਿਆਗਿਆ ਹੈ। ਇਸ ਵੇਲੇ ਉੱਥੇ ਗੁਰਦੁਆਰਾ ਸਤ ਸੰਗਤ ਜੀ ਪਹਿਲਾਂ ਛੋਟਾ ਜਿਹਾ ਥੜਾ ਸੀ, ਇਸ ਵੇਲੇ ਸੁੰਦਰ ਗੁਰਦੁਆਰਾ ਬਣਿਆ। ਨਾਨਕ ਢੇਰੇ ਨੂੰ ਸੰਗਤਾਂ ਜਾਂਦੀਆਂ ਤੇ ਉੱਥੇ ਵੀ ਦਰਸ਼ਨ ਕਰਦੀਆਂ ਨੇ। ਸੋ ਦੱਖਣ ਦੇ ਵਿੱਚ ਹੀ ਮਾਤਾ ਜੀ ਸਤ ਸੰਗਤ ਜੀ ਅੰਤ ਨੂੰ ਸਮਾਏ ਹਨ। ਸੋ ਇਹ ਸਤ ਸੰਗਤ ਜੀ ਮਾਤਾ ਜੀ ਦਾ ਪ੍ਰਸੰਗ ਹੈ। ਜਿਸ ਪ੍ਰਕਾਰ ਇਹਨਾਂ ਨੇ ਮੁਕਤਸਰ ਸਾਹਿਬ ਦੇ ਜੰਗ ਵਿੱਚ ਕੁਰਬਾਨੀ ਕੀਤੀ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਨਿਹਾਲ ਹੋਈ। ਮਹਾਸੰਘ ਕੀ ਬਾਤ ਚਿਤਾਰੀ, ਸਤਿਗੁਰੂ ਜੀ ਨੇ ਫੇਰ ਭਾਈ ਮਹਾਸੰਘ ਜੀ ਦੀ ਬਾਤ ਚੇਤੇ ਕੀਤੀ। ਨੋ ਮਹਾਸੰਘ ਉਪਕਾਰਾ, ਮਹਾਰਾਜ ਨਾਲ ਦੇ ਸਿੰਘਾਂ ਨੂੰ ਬਰਾੜਾ ਨੂੰ ਕਹਿ ਰਹੇ ਨੇ, ਭਾਈ ਮਹਾਸੰਘ ਨੇ ਬਹੁਤਾ ਹੀ ਪਰਉਪਕਾਰ ਕੀਤਾ ਹੈ। ਵਰਨਾ ਦੀਨ ਕਰਹਿ ਵਿਚਾਰਾ, ਹੋਰ ਕੋਈ ਵਸਤੂ ਨਹੀਂ ਲਈ। ਅਸੀਂ ਬੜਾ ਕਿਹਾ ਤੈਨੂੰ ਰਾਜ ਦੇ ਦਈਏ, ਉਮਰ ਵਧਾ ਦਈਏ, ਪਦਾਰਥ ਦੇ ਦਈਏ, ਕੋਈ ਵਸਤੂ ਸਾਡੇ ਕੋਲੋਂ ਨਹੀਂ ਮੰਗੀ। ਵੇਲ ਗਈ ਟੂਟੀ ਸਭ ਸੰਗਤ, ਸਾਰੀ ਸੰਗਤ ਮਾਝੇ ਦੀ ਜਿਹੜੀ ਟੁੱਟ ਗਈ ਸੀ, ਬਦਾਵਾ ਦੇ ਚੁੱਕੀ ਸੀ, ਉਹਨੂੰ ਵੇਲਿਆ ਹੈ। ਭਏ ਪ੍ਰਵੇਸ਼ ਗੁਰੂ ਕੀ ਪੰਗਤ, ਅੱਜ ਗੁਰੂ ਕੀ ਪੰਗਤ ਵਿੱਚ ਮਾਝੇ ਵਾਲੇ ਸਾਰੇ ਪ੍ਰਵੇਸ਼ ਹੋ ਗਏ ਹਨ। ਕੀ ਸਭਨ ਸੁਨਾਏ ਬਖਾਨਾ, ਸਾਰੇ ਸਾਥੀਆਂ ਨੂੰ ਦਸਵੇਂ ਪਾਤਸ਼ਾਹ ਨੇ ਸੁਣਾ ਕੇ ਕਿਹਾ, ਭਲੋ ਕਾਜ ਕੀ ਨਸਹਿ ਖਾਨਾ। ਹੇ ਗੁਰਸਿੱਖੋ, ਬਹੁਤ ਹੀ ਹਿੱਤ ਧਾਰ ਕੇ ਬਹੁਤ ਹੀ ਚੰਗਾ ਭਲਾ ਕਰਮ ਕੀਤਾ ਹੈ ਮਹਾਸੰਘ ਨੇ। ਗੁਰਸਿੱਖੀ ਕੀ ਬੜ ਬੁਨਿਆਦ, ਗੁਰਸਿੱਖੀ ਦੀ ਜਿਹੜੀ ਨਿਉ ਸੀ ਉਹ ਪੱਕੀ ਕਰ ਦਿੱਤੀ। ਗਈ ਉਦੀ ਸੋ ਬਾਦ, ਵਿਗੜ ਗਈ ਸੀ ਗੁਰਸਿੱਖੀ ਦੀ ਜਿਹੜੀ ਬੁਨਿਆਦ ਸੀ, ਮਾਝੇ ਵਿੱਚੋਂ ਉੱਠ ਜਾਣੀ ਸੀ, ਉਖੜ ਜਾਣੀ ਸੀ ਜੜ ਨਿਉ ਜੋ ਗੁਰੂ ਨਾਨਕ ਦੇਵ ਜੀ ਦੀ ਧਰੀ ਹੋਈ ਸੀ। ਵਾਹ ਬਹੁਰ ਮਿਲਨ ਕੋ ਵਕਤ ਨਾ ਕੋਈ, ਬਸ ਆਹੀ ਅਖੀਰਲਾ ਜੰਗ ਸੀ ਸਾਡਾ, ਫੇਰ ਮਿਲਾਪ ਹੋਣ ਦਾ ਸਮਾਂ ਨਹੀਂ ਸੀ ਮਿਲਣਾ।
ਪਤਾ ਹੈ ਦੱਖਣ ਨੂੰ ਚਲੇ ਜਾਣਾ ਅਸੀਂ। ਪ੍ਰਾਣ ਦੇਨ ਲੋਕ ਅਪ੍ਰਿਤ ਹੋਈ। ਫੇਰ ਕਿੱਥੇ ਪ੍ਰਾਣ ਕੁਰਬਾਨੀ ਦੇਣ ਦਾ ਕੋਈ ਸਮਾਂ ਨਹੀਂ ਸੀ ਮਿਲਣਾ। ਅੱਜ ਇਹਨਾਂ ਨੇ ਪ੍ਰਾਣ ਦਿੱਤੇ ਹਨ ਇੱਥੇ। ਹੁਣ ਐਸੋ ਬਨ ਪੁਕਾਰੀ। ਫੇਰ ਭਾਈ ਮਹਾ ਸਿੰਘ ਵਰਗਾ ਪਰਉਪਕਾਰੀ ਹੋਣਾ ਜਾਣਾ ਖਾਣਾ ਨਹੀਂ ਹੋ ਸਕਦਾ। ਅਜਨੇ ਜਿਹਤ ਇਹ ਬਾਤ ਸੁਧਾਈ। ਆਪਣੇ ਭਲੇ ਵਾਸਤੇ ਕੁਝ ਨਾ ਮੰਗਣਾ, ਸੰਗਤ ਵਾਸਤੇ ਸਭ ਕੁਝ ਮੰਗਣਾ। ਗੁਰ ਸਿੱਖੀ ਰੱਖੀ ਤਿਸ ਦੇ ਛੂ। ਗੁਰ ਸਮਝੀ ਗੁਰ ਸਿੱਖੀ ਰੱਖੀ ਤਿਸ ਦੇ ਛੂ। ਮਾਝੇ ਦੇਸ਼ ਦੀ ਜਿਹੜੀ ਗੁਰੂ ਕੀ ਸਿੱਖੀ ਉਹ ਪੱਕੀ ਰੱਖ ਲਈ ਮਹਾ ਸਿੰਘ ਨੇ। ਤੇ ਕਦੀਮੀ ਸਿੱਖ ਅਸ਼ੇਸ਼ੂ। ਸਾਰੇ ਪੁਰਾਤਨ ਪਹਿਲੇ ਗੁਰੂਆਂ ਤੋਂ ਬਰੋਸਾਏ ਸਿੱਖ ਸਨ। ਸ੍ਰੀ ਗੁਰੂ ਨਾਨਕ ਯਾਦ ਕਿਓਰ। ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਨਨਕਾਣੇ ਸਾਹਿਬ ਹੋਰ ਸਾਰੇ ਗੁਰੂ ਹੋਏ। ਵਿਚਰੇ ਫਤੇ ਅਲਖ ਤਿਸ ਠੌਰ। ਬਹੁਤੇ ਉਧਰੇ ਹੀ ਵਿਚਰੇ ਹਨ। ਗੁਰੂ ਰਾਮਦਾਸ ਜੀ ਦਾ ਅਵਤਾਰ ਲਾਹੌਰ ਵਿਖੇ ਹੋਇਆ। ਇਸ ਤਰ੍ਹਾਂ ਸਤ ਸੰਗਤ ਜੀ ਤੀਜੇ ਪਾਤਸ਼ਾਹ ਦਾ ਬਸਰ ਕੇ ਅਵਤਾਰ ਹੋਇਆ ਹੈ। ਪੰਜਵੇਂ ਪਾਤਸ਼ਾਹ ਦਾ ਗੋਬਿੰਦਵਾਲ ਸਾਹਿਬ ਅਵਤਾਰ ਹੋਇਆ। ਛੇਵੇਂ ਪਾਤਸ਼ਾਹ ਗੁਰੂ ਕੀ ਬਡਾਲੀ ਅਵਤਾਰ ਹੋਇਆ ਹੈ। ਇਹ ਜਿਤਨੇ ਪਹਿਲੇ ਗੁਰੂ ਨੇ ਸਾਰੇ ਉੱਥੇ ਹੀ ਵਿਚਰੇ ਹਨ। ਖਡੂਰ ਸਾਹਿਬ ਆ ਕੇ ਗੁਰੂ ਅੰਗਦ ਦੇਵ ਜੀ ਨੇ ਰੌਣਕਾਂ ਲਾਈਆਂ। ਸੋ ਥਾਂ ਥਾਂ ਤੇ ਪਹਿਲੇ ਗੁਰੂਆਂ ਨੇ ਸਿੱਖੀ ਪ੍ਰਗਟ ਕੀਤੀ ਹੋਈ ਸੀ। ਰਹੇ ਨਹੀਂ ਕਸ ਵੱਡੀ ਅਬ ਕੀ। ਪਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਚਲੇ ਆ ਰਹੇ ਸੀ, ਪਰ ਹੁਣ ਤੱਕ ਕਸਵੱਟੀ ਨਹੀਂ ਸੀ ਸਹਾਰੀ ਇਹਨਾਂ ਨੇ। ਸਿੱਖੀ ਭਾਵਨਾ ਨਾਲ ਧਾਰੀ ਹੋਈ ਸੀ ਸਾਰਿਆਂ ਦੀ, ਲੇਕਿਨ ਅਸੀਂ ਪਰਖ ਨਹੀਂ ਸੀ ਕੀਤੀ। ਪਹਿਲੀ ਹੋਈ ਪਰਖ ਕੀਤੀ ਸੀ ਅਨੰਦਪੁਰ ਸਾਹਿਬ ਜਦੋਂ ਕਿਹਾ ਕਿ ਜੇਕਰ ਕਿ ਜਸਵਾਲੀਆਂ ਦਾ ਹਾਥੀ ਆਊਗਾ ਆ ਦੁਨੀ ਚੰਦ ਦੇ ਤਾਂ ਸਾਡਾ ਹਾਥੀ ਇਹਨੂੰ ਸਾਹਮਣੇ ਕਰਾਂਗੇ। ਜਦ ਹੀ ਮਾਝੇ ਦੇ ਸਿੰਘਾਂ ਨੂੰ ਨਾਲ ਲੈ ਕੇ ਰਾਤੋਂ ਰਾਤ ਨੱਠ ਗਿਆ, ਕਸਵੱਟੀ ਨਾ ਚੱਲ ਸਕਿਆ। ਅੱਜ ਭਾਈ ਮਹਾ ਸਿੰਘ ਜੈਸੇ ਗੁਰਮੁਖਾਂ ਨੇ ਅੱਜ ਕਸਵੱਟੀ ਤੇ ਪੂਰੇ ਉਤਰ ਕੇ ਗੁਰੂ ਕੀ ਸਿੱਖੀ ਪੂਰੀ ਰੱਖ ਲਈ ਹੈ ਮਾਝੇ ਦੀ। ਖਾਰਜ ਸਿੱਖੀ ਕੀਮਤ ਸਭ ਕੀ। ਨਹੀਂ ਤਾਂ ਖਾਰਜ ਕਰ ਦੇਣਾ ਸੀ ਸਿੱਖੀ ਤੋਂ ਸਾਰਾ ਮਾਝਾ। ਮਹਾ ਸਿੰਘ ਬਨ ਮਹਾ ਸਿੰਘ ਅਬ। ਇਹ ਗੁਰਸਿੱਖੋ ਮਹਾ ਸਿੰਘ ਨੇ ਤਾਂ ਬੜਾ ਭਾਰੀ ਬੱਬਰ ਸ਼ੇਰ ਵਰਗਾ ਸੁਭਾਅ ਦਿਖਾਇਆ ਆਪਣਾ। ਵਰ ਲੈ ਦੇਸ਼ ਉਧਾਰ ਦਿਓ ਸਭ। ਸਾਡੇ ਕੋਲੋਂ ਵਰ ਲੈ ਕੇ ਸਾਰੇ ਦੇਸ਼ ਦਾ ਭਲਾ ਕਰ ਦਿੱਤਾ ਹੈ। ਸ਼੍ਰੀ ਪ੍ਰਭ ਬਹੁ ਬਾਰ ਉਚਾਰੀ। ਕਿਉਂ ਬਾਰ-ਬਾਰ ਸੱਚੇ ਪਾਤਸ਼ਾਹ ਆਪਣੇ ਪਿਆਰੇ ਸਿੱਖ ਨੂੰ ਚੇਤੇ ਕਰ ਕਰਕੇ ਉਹਦੀ ਮਹਿਮਾ ਕਰਦੇ ਹਨ ਮਹਾ ਸਿੰਘ ਦੀ। ਦੀ ਮੇਲਨ ਬਾਤ ਵਿਚਾਰੀ। ਬਾਰ-ਬਾਰ ਵਿਚਾਰਦੇ ਨੇ। ਦੇਖੋ ਮਹਾ ਸਿੰਘ ਨੇ ਅਖੀਰਲੇ ਦਮ ਸਵਾਸਾਂ ਵਿੱਚ ਵੀ ਕੀ ਹਿਰਦੇ ਚ ਵਿਚਾਰ ਕੀਤੀ, ਮੈਂ ਟੁੱਟੀ ਮੇਲ ਲਵਾਂ। ਇਹ ਮਹਾਰਾਜ ਟੁੱਟੀ ਗੰਢ ਲਓ। ਭਵਿੱਖ ਵਿਚਾਰ ਪ੍ਰਸੰਗ। ਤਿੰਨੇ ਕਾਨਾਂ ਦੇ ਪ੍ਰਸੰਗ ਵਿਚਾਰ ਕੇ ਭਏ ਆਨੰਦ ਪ੍ਰਭੂ ਸਰਬੰਗ। ਸਤਿਗੁਰੂ ਜੀ ਸਾਰਿਆਂ ਪੱਖਾਂ ਤੋਂ ਬੜੇ ਆਨੰਦ ਦੇ ਸਹਿਤ ਹੋਏ। ਖਾਨਾ ਗਇਓ ਕਪੂਰੇ ਪਾਸ। ਇਧਰ ਖਾਨਾ ਕਿਹੜਾ ਸੀ ਖਾਲਸਾ ਜੀ? ਇਹ ਜਿਹੜਾ ਕਪੂਰੇ ਨੇ ਭੇਜਿਆ ਸੀ ਰਸਤਾ ਦੱਸਣ ਵਾਸਤੇ। ਮਹਾਰਾਜ ਨੇ ਸੁਨੇਹਾ ਭੇਜ ਸੀ ਖਾਨੇ ਇੱਕ ਦੋ ਭਾਈ ਆਦਮੀ ਆਪਦੇ ਦੇਹ ਸੂਰਮੇ, ਅਸੀਂ ਜੰਗਲ ਦੇ ਇਲਾਕੇ ਦੇ ਭੇਤੀ ਨਹੀਂ ਹਾਂ ਜਿੱਥੇ ਅਸੀਂ ਜੰਗ ਲੜੀਏ ਸੋਹਣਾ। ਇਹ ਖਾਨਾ ਸਤਿਗੁਰੂ ਜੀ ਨਾਲ ਸੀ ਨਾ। ਜਦੋਂ ਸਮਾਪਤੀ ਹੋ ਗਈ ਇਹ ਖਾਨਾ ਵੀ ਮੁੜ ਗਿਆ ਕੱਲ ਆਪਣੇ ਕੋਟਕਪੂਰੇ ਨੂੰ। ਗੁਰ ਕੀ ਗੱਲ ਨਾ ਕਰੀ ਪ੍ਰਕਾਸ਼। ਇਹ ਚੁੱਪ ਜਾ ਕਰਕੇ ਜਾ ਕੇ ਫੌਜ ਵਿੱਚ ਉਵੇਂ ਜਿਵੇਂ ਚਲਿਆ ਗਿਆ ਕਪੂਰੇ ਦੀ ਵਿੱਚ। ਲੇਕਿਨ ਕੋਟਕਪੂਰੇ ਵਾਲੇ ਕਪੂਰੇ ਨੂੰ ਨਹੀਂ ਦੱਸਿਆ ਕਿ ਗੁਰੂ ਜੀ ਕਿੱਧਰ ਨੂੰ ਗਏ ਔਰ ਕੀ ਕਰ ਰਹੇ ਨੇ। ਇਹਨੇ ਕੋਈ ਭੇਤ ਨਹੀਂ ਦੱਸਿਆ। ਹੀ ਲਸ਼ਕਰ ਮੈਂ ਰਹੇ। ਚੁੱਪ ਕਰਕੇ ਹੀ ਕਪੂਰੇ ਦੀ ਫੌਜ ਵਿੱਚ ਰਹਿਣ ਲੱਗ ਗਿਆ। ਫਿਰ ਗੁਰੂ ਆਪ ਹੀ ਲਹੈ। ਇਹ ਸਮਝ ਗਿਆ ਕਿ ਜਦੋਂ ਗੁਰੂ ਸਾਹਿਬ ਪ੍ਰਗਟ ਹੋਣਗੇ ਆਪ ਹੀ ਕਪੂਰੇ ਨੂੰ ਪਤਾ ਲੱਗ ਜੂਗੇ ਮਹਾਰਾਜ ਫਲਾਣੇ ਥਾਂ ਹਨ। ਹਲ ਜਲ ਹੀਨ ਜਾਣੇ ਗੁਣ ਖਾਨੀ। ਜਦੋਂ ਮਹਾਰਾਜ ਗੁਣਾ ਦੀ ਖਾਨ ਸਤਿਗੁਰਾਂ ਨੇ ਜਾਣ ਲਿਆ ਕਿ ਖਦਰਾਣੇ ਦੀ ਢਾਬ ਮੁਕਤਸਰ ਸਾਹਿਬ ਤੀਰਥ ਸੁੱਕਾ ਪਿਆ ਹੈ। ਚੱਲ ਗਏ ਤੇ ਜਯੋ ਭਗਵਾਨੀ। ਅੱਗੇ ਚੱਲਣ ਵਾਸਤੇ ਕਿਹਾ। ਰਾਖੇ ਚਾਕਰ ਜੇ ਬਰਾੜ। ਜਿੰਨੇ ਬਰਾੜ 1400 ਨੌਕਰ ਰੱਖਿਆ ਹੋਇਆ ਸੀ। ਚਲੋ ਅਗਰ ਤੂੰ ਕਿਤੀ ਉਜਾੜ। ਮਹਾਰਾਜ ਬਰਾੜਾਂ ਨੂੰ ਕਹਿੰਦੇ ਤੁਸੀਂ ਭਾਈ ਅੱਗੇ ਭੇਤੀ ਹੋ, ਚੱਲੇ ਅੱਗੇ ਚੱਲੋ। ਨਿਰਮਲ ਜਲ ਪੋਥਲ ਜਿਤ ਪਾਵੋ। ਜਿੱਥੇ ਤੁਹਾਨੂੰ ਪਤਾ ਹੈ ਵੀ ਉੱਜਲ ਜਲ ਹੋਵੇ, ਜਿਹੜੇ ਸਰੋਵਰ 'ਚ ਪਾਣੀ ਦੀ ਵਰਤੋਂ ਕਰਨੀ ਹੈ, ਚਲੋ ਸ਼ੀਘਰ ਤਹਿ ਚਲੋ ਟਕਾਵੋ। ਉੱਥੇ ਚੱਲੀਏ। ਛੇਤੀ ਗਰਮੀ ਦੀ ਰੁੱਤ ਹੈ, ਡੇਰਾ ਲਾਈਏ। ਕਹਿ ਤੋਰ ਤਰੰਗ ਚੱਲੇ। ਜਿਉਂ ਸਤ ਸੰਗੀ ਸਤਿਗੁਰੂ ਜੀ ਘੋੜਾ ਤੋਰ ਕੇ ਚੱਲ ਪਏ। ਸਰਾਏ ਹੇਰੀ ਫਲ ਭਲੇ। ਇੱਕ ਸੁੰਦਰ ਸਰਾਂ ਦੇਖੀ ਸਤ ਸੰਗਤ ਜੀ ਬੜੀ। ਸਰੋਵਰ ਸੁੰਦਰ ਹੀਰਾ।
ਉੱਥੇ ਬੜਾ ਸੋਹਣਾ ਕੱਚਾ ਸਰੋਵਰ ਸੀ, ਪਾਣੀ ਭਰਿਆ ਹੋਇਆ। ਤਿਸਕੇ ਤੀਰ ਕਰਿਓ ਗੁਰ ਡੇਰਾ। ਜਾ ਡੇਰਾ ਲਾਇਆ ਆਪ ਜੀ ਨੇ ਸਿੰਘਾਂ ਦੇ ਸਮੇਤ। ਕਹਿ ਕਹਿ ਉਤਰ ਤਰੰਗ ਲਗਾਏ। ਜਿੱਥੇ ਕਿਤੇ ਸਿੰਘਾਂ ਨੇ ਉਤਰ ਕੇ ਆਪੋ ਆਪਣੇ ਘੋੜੇ ਬਿਰਛਾਂ ਨਾਲ ਬੰਨ੍ਹ ਦਿੱਤੇ। ਰਹਿਣ ਕਾਸ਼ ਇਕੱਠੇ ਕਰਵਾਏ। ਲੰਗਰ ਵਾਸਤੇ ਸੱਤ ਦੀ ਲੱਕੜਾਂ ਇਕੱਠੀਆਂ ਕਰਨੀਆਂ, ਘੋੜਿਆਂ ਵਾਸਤੇ ਘਾਹ ਲਿਆਏ। ਵਿਜਰਤ ਪੈ ਸਿੰਘ ਜੈ ਕਹਾਂ। ਸਿੰਘ ਇੱਧਰ ਉੱਧਰ ਭਾਲਦੇ ਨੇ ਘਾਹ ਤੇ ਲੱਕੜਾਂ। ਏਕ ਸਾਧ ਕੋ ਆਚਰਣ ਦਹਾਂ। ਉਸੇ ਢਾਬ ਦੇ ਕਿਨਾਰੇ ਦੂਜੇ ਪਾਸੇ ਸਤਸੰਗ ਇੱਕ ਸਾਧੂ ਦਾ ਬੜਾ ਭਾਰੀ ਡੇਰਾ ਆਸ਼ਰਮ ਸੀ। ਪੂਜਨ ਲਗਿਓ ਸੇਵਕਨ ਸੋਈ। ਉਹ ਆਪਣੇ ਸੇਵਕਾਂ ਨੂੰ ਪੁੱਛਦਾ, ਸਾਧ ਪਾਲੇ ਤੀਰ ਤਾਲ ਕੇ ਹੋਈ। ਕਿ ਪਰਲੇ ਕਿਨਾਰੇ ਤੇ ਢਾਬ ਦੇ ਉਤਰਿਓ ਕੌਣ ਬੋਲਤ ਨੰਦੇ। ਬੜਾ ਰੌਲਾ ਪੈ ਰਿਹਾ, ਘੋੜਿਆਂ ਦੀ ਆਵਾਜ਼ ਆ ਰਹੀ ਹੈ ਹਣਕਣ ਦੀ। ਕੌਣ ਉਤਰਿਆ? ਦਰਦ ਵਾਸਾ ਵਾਲਾ ਸਾਧ ਸੀ ਸਤਸੰਗ ਜੀ। ਇਹ ਆਪਣੇ ਚੇਲਿਆਂ ਨੂੰ ਪੁੱਛਦਾ ਹੈ, ਕਿਤੇ ਆਏ ਕਹਾਂ ਕਮੰਤੇ। ਇਹ ਕੌਣ ਹੈ? ਕਿਨਾਰੇ ਤੇ ਰਾਤ ਕੱਟਣ ਵਾਸਤੇ ਉਤਰਿਆ ਹੈ। ਕਿੱਥੋਂ ਆਏ ਨੇ, ਕਿੱਥੇ ਜਾਣ ਵਾਲੇ ਹਨ? ਕਹਿ ਦਾਤਨ ਦਇਓ ਬਤਾਈ। ਉਸ ਵੇਲੇ ਦੇ ਚੇਲਿਆਂ ਨੇ ਦੱਸ ਦਿੱਤਾ। ਗੁਰੂ ਮਰੇ ਦਾ ਉਤਰਿਓ ਆਈ। ਸਾਧ ਦੇ ਚੇਲੇ ਕਹਿੰਦੇ ਜੀ ਗੁਰੂ ਮਰਹਿਲਾ ਸਤਸੰਗ ਜੀ ਛੇਵੇਂ ਪਾਤਸ਼ਾਹ ਨੂੰ ਵੀ ਕਿਹਾ ਕਰਦੇ ਤੁਰਕਾਂ ਨੂੰ ਮਾਰਨ ਵਾਲੇ ਅਤਰਥੀ ਸੂਰਮੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ, ਇਸ ਕਰਕੇ ਮਰਹਿਲੇ ਕਿਹਾ ਜਾਂਦਾ ਸੀ। ਸੋ ਕਹਿੰਦੇ ਗੁਰੂ ਮਰਹਿਲਾ 10ਵੇਂ ਪਾਤਸ਼ਾਹ ਉਤਰੇ ਨੇ ਆ ਕੇ। ਤੁਰਕਨ ਸੰਗ ਜੰਗ ਕਰ ਭਾਰੇ। ਤੁਰਕਾਂ ਦੇ ਨਾਲ ਬੜਾ ਭਾਰੀ ਜੰਗ ਕੀਤਾ ਇੱਥੇ। ਕੀਤੀ 12,000 ਵਾਰੇ। ਇੱਕ ਵੇਰੀ ਤਾਂ ਹੁਣ ਕੀਤਾ, ਪਹਿਲੀ ਵੀ ਕਈ ਵੇਰੀ ਜੰਗ ਕਰਕੇ ਹਜ਼ਾਰਾਂ ਦੀ ਗਿਣਤੀ ਫੌਜ ਗਾਲ ਦਿੱਤੀ ਤੁਰਕਾਂ ਦੀ ਇਹਨਾਂ ਨੇ। ਸੁਨਤ ਸਾਰ ਪੂਜਨ ਲਗ ਫੇਰੀ। ਸੁਣ ਕਰਕੇ ਸਾਧ ਨੇ ਫੇਰ ਚੇਲਿਆਂ ਤੋਂ ਪੁੱਛਿਆ, ਆਸ ਲਾਗੇ ਤੀ ਗੁਰ ਕੇਰੀ। ਇਹ ਗੁਰੂ ਜਿਹੜਾ ਜੰਗ ਕਰਦਾ ਫਿਰਦਾ ਹੈ, ਤੁਰਕਾਂ ਦਾ ਮੁਕਾਬਲਾ, ਇਹਦੀ ਉਮਰ ਕਿੰਨੀ ਕੁ ਹੈ? ਕੀਰਤਨ ਸਿੱਖ ਸੇਵਕ ਹੈ ਸੰਗ। ਇਹਦੇ ਸਿੱਖ ਸੇਵਕ ਕਿੰਨੇ ਨੇ ਨਾਲ? ਰਿਵਾਨ ਕਰਦੀ ਜੰਗ। ਹੁਣ ਜੰਗ ਕਰਕੇ ਮੁਕਤਸਰ ਸਾਹਿਬ ਦਾ ਖਜ਼ਾਨਾ ਦੀ ਢਾਬ ਤੇ ਇੱਥੇ ਆ ਕੇ ਉਤਰੇ ਨੇ ਆਪਣੇ ਕੋਲੇ। ਮਹਾਂ ਸਿੰਘ ਸੋ ਵਿਚਰਤ ਗਏ। ਉੱਥੇ ਸਤਸੰਗ ਜੀ ਲੱਕੜਾਂ ਭਾਲਦੇ, ਘਾਹ ਖੋਤਣ ਵਾਸਤੇ, ਹੋਰ ਸਿੰਘ ਵੀ ਇਹਦੇ ਸਾਧ ਦੇ ਡੇਰੇ 'ਚ ਚਲੇ ਗਏ ਸੀ ਫਿਰਦੇ ਤੁਰਦੇ। ਉੱਥੇ ਸਿੰਘ ਵੀ ਸਨ ਇੱਕ ਦੋ। ਦੂਜੀ ਬਾਤ ਬਤਾਵਨ ਪਏ। ਸਿੰਘਾਂ ਨੂੰ ਪੁੱਛਿਆ ਕਿ ਤੁਸੀਂ ਦੱਸੋ ਭਾਈ, ਗੁਰੂ ਸਾਹਿਬ ਦੇ ਨਾਲ ਦੇ ਹੋ, ਗੁਰੂ ਸਾਹਿਬ ਕਿੱਥੋਂ ਆਏ ਨੇ? ਬਸ ਤੀਰ ਤੇ ਉੱਪਰ ਚੜੇ। ਪੁੱਛਦਾ ਸਤਸੰਗ ਜੀ ਸਾਧ ਕਿ ਉਮਰ ਕਿੰਨੀ ਕਾ ਤੁਹਾਡੇ ਗੁਰੂ ਦੀ? ਸਿੰਘ ਕਹਿੰਦੇ 30 ਸਾਲ ਤੋਂ ਉੱਤੇ ਹੈ 40 ਸੰਮਤ ਕੇ ਲਖ ਤਰੇ। ਔਰ 40 ਸਾਲ ਤੋਂ ਥੱਲੇ ਹੈ, 30 ਸਾਲ ਤੋਂ ਉੱਤੇ ਹੈ, ਵਿਚਾਲੇ ਜੇ ਹੈ ਉਮਰ ਮਹਾਰਾਜ ਜੀ ਦੀ। ਸਾਧ ਨੇ ਜਦੋਂ ਮਹਾਰਾਜ ਦੀ ਉਮਰ ਸਤਸੰਗ ਜੀ ਸੁਣੀ ਵੇ 30-35 ਸਾਲ ਦੀ ਹੈ, ਉਸ ਵੇਲੇ ਤਰਕ ਕਰਕੇ ਬਚਨ ਕਹੇ। ਜਿਸ ਗੁਰ ਤੇ ਹਮਨੇ ਕਿਆ ਲੈਣਾ। ਆਪਦੇ ਚੇਲਿਆਂ ਨੂੰ ਕਹਿੰਦੇ ਇਹ ਜੇ ਗੁਰੂ ਤੋਂ ਆਪਾਂ ਕੀ ਲੈਣਾ? ਕਦੀ ਸਾਧਨਾ ਹੋਏ ਨਾ ਕੋਈ। ਇੰਨੀ ਉਮਰ ਵਿੱਚ ਕੀ ਸਾਧਨ ਕੀਤਾ ਹੋਊ ਇਹਨਾਂ ਨੇ? ਕੋਈ ਕਮਾਈ ਤਾਂ ਕੀਤੀ ਨਹੀਂ ਹੋਣੀ, ਉਮਰ ਤਾਂ ਥੋੜੀ ਹੋਈ ਹੈ। ਸ਼ਾਂਤ ਸਮੇਤ ਨਹੀਂ ਚਿਤ ਹੋਈ। ਗੁਰੂ ਸ਼ਾਂਤ ਤੇ ਸਹਿਤ ਹੁੰਦਾ, ਸ਼ਾਂਤੀ ਹੁੰਦੀ ਹੈ ਗੁਰੂ ਦੇ ਹਿਰਦੇ 'ਚ। ਇਹਨਾਂ ਦਾ ਹਿਰਦਾ ਸ਼ਾਂਤ ਨਹੀਂ ਹੈ, ਤਾਂ ਲੜਦੇ ਫਿਰਦੇ ਨੇ ਲੋਕਾਂ ਨਾਲ। ਐ ਤਰਕ ਮਾਰੀ ਸਾਧ ਨੇ। ਕੋ ਕਹਿਓ ਸਿੰਘ ਸੁਣ ਆਏ। ਇਹ ਜਦੋਂ ਸਤਸੰਗ ਜੀ ਤਰਕ ਦੇ ਬਚਨ ਕਹੇ, ਸਿੰਘ ਵੀ ਸੁਣੇ ਆਏ। ਆ ਕੇ 10ਵੇਂ ਪਾਤਸ਼ਾਹ ਨੂੰ ਕਹਿੰਦੇ ਪਏ, ਕਰ ਕਰ ਰੇ ਕਰਕਤ ਸੁਨ ਪਾਏ। ਸਿੰਘਾਂ ਦੇ ਹਿਰਦੇ 'ਚ ਬੜਾ ਗੁੱਸਾ ਹੋਇਆ ਮਨ ਵਿੱਚ ਸਤਸੰਗਤ ਜੀ ਕਿ ਇਹਨਾਂ ਨੇ ਇਹ ਜਿਹੇ ਬਚਨ ਕਿਉਂ ਕਹੇ ਨੇ ਗੁਰੂ ਸਾਹਿਬ ਦੀ ਨਿੰਦਿਆ ਦੇ, ਕਿ ਥੋੜੀ ਜੀ ਉਮਰ ਹੈ, ਕੋਈ ਸਾਧਨ ਨਹੀਂ ਕੀਤਾ ਹੋਣਾ। ਗੁਰੂ ਤਾਂ ਮਨ ਵਿੱਚ ਸ਼ਾਂਤੀ ਧਾਰਦਾ, ਲੋਕਾਂ ਨੂੰ ਸ਼ਾਂਤੀ ਦਿੰਦਾ। ਇਹ ਤਾਂ ਲੜਦੇ ਫਿਰਦੇ ਨੇ ਸਰਕਾਰ ਦੇ ਨਾਲ। ਇਹ ਸਿੰਘਾਂ ਨੂੰ ਬਚਨ ਚੰਗੇ ਨਾ ਲੱਗੇ। ਜਦੋਂ ਸਤਿਗੁਰਾਂ ਦੇ ਕੋਲੇ ਆ ਕੇ ਸਿੰਘ ਮਿਲੇ, ਕਰੀ ਪ੍ਰਕਾਸ਼। ਉਹ ਕਹੀ ਹੋਈ ਗੱਲ ਸਾਧ ਦੀ 10ਵੇਂ ਪਾਤਸ਼ਾਹ ਨੂੰ ਸਿੰਘਾਂ ਨੇ ਦੱਸ ਦਿੱਤੀ। ਮਹਾਰਾਜ ਤੁਹਾਡੇ ਤੇ ਤਰਕ ਕਰਦਾ ਸਾਧ। ਮਹਾਰਾਜ ਨੇ ਸੁਣ ਕੇ ਕਿਹਾ ਸਿੰਘਾਂ ਤੋਂ, ਕਹਿੰਦੇ ਭਾਈ ਇਹ ਸਾਧ ਆ ਜਿਹੜਾ, ਇਹ ਬਹੁਤ ਚਿਰ ਕਾਲ ਵੱਡੀ ਉਮਰ ਦਾ ਹੈ। ਇਹ ਸਾਧ ਦੀ ਉਮਰ ਤਾਂ ਵੱਡੀ ਹੈ, ਪਰ ਵੱਡੀ ਉਮਰ ਦਾ ਹੰਕਾਰ ਵੀ ਹੈ ਇਸ ਨੂੰ। ਜਦ ਨੂੰ ਸਤਸੰਗ ਜੀ ਇਹਦੇ ਚੇਲੇ ਵੀ ਆ ਗਏ, 10ਵੇਂ ਪਾਸੇ ਦੀਵਾਨ 'ਚ ਬੈਠੇ ਸੀ ਦੇਖਣ ਵਾਸਤੇ ਕਿ ਕੌਣ ਸਿੰਘ ਨੇ।
ਇਹਨਾਂ ਦਾ ਗੁਰੂ ਕਿਹਾ ਜਿਹਾ ਹੈ। ਦਰਸ਼ਨ ਕਰੈ ਤੇਰੇ ਦਿਖਾਏ ਸਾਧ ਦੇ ਚੇਲੇ ਵੀ ਬੈਠੇ ਸੀ ਦੀਵਾਨ ਵਿੱਚ ਦਰਸ਼ਨ ਕਰਨ ਲਈ। ਦੇਖਣ ਬੁਝਿਓ ਪ੍ਰਭ ਪਤਰਮ ਸਾਥ ਇਧਰ ਗੁਰੂ ਕੇ ਸਿੰਘਾਂ ਨੇ ਗੁਰੂ ਸਾਹਿਬ ਤੋਂ ਪੁੱਛਿਆ, ਜੈਦਾਰ ਕੀ ਕੇ ਜਗਨਾਥ ਮਹਾਰਾਜ ਜੀ ਸਹੀ ਸਹੀ ਦੱਸੋ ਇਹ ਸਾਧ ਦੀ ਉਮਰ ਕਿੰਨੀ ਹੈ? ਕੋ ਕਰ ਗੁਮਾਨ ਹੋ ਰਿਓ ਜਿਹੜੀ ਵੱਡੀ ਉਮਰ ਦਾ ਇਹ ਹੰਕਾਰ ਕਰਦਾ ਤੁਹਾਨੂੰ ਛੋਟੀ ਉਮਰ ਦੇ ਦੱਸਦਾ ਹੈ। ਸਰਤ ਤਰਾਵਰ ਕੋ ਬਚ ਗਇਓ ਤਰਕ ਮਾਰ ਕੇ ਤੁਹਾਨੂੰ ਬਚਨ ਕਹੇ ਨੇ ਕਿ ਕੋਈ ਇਹਨਾਂ ਨੇ ਕਮਾਈ ਨਹੀਂ ਕੀਤੀ ਹੋਣੀ, ਮਨ ਇਹਨਾਂ ਦਾ ਸ਼ਾਂਤ ਨਹੀਂ, ਐਵੇਂ ਤੁਰਕਾਂ ਨਾਲ ਲੜਦੇ ਨੇ। ਗੁਰ ਕਹੈ 5000 ਵਰਸ ਸਿੰਘਾਂ ਦੇ ਪੁੱਛਣ ਤੋਂ ਮਾਰਾ ਕਹਿਣ ਲੱਗੇ 5000 ਸਾਲ। ਘਟ ਵੀਹਾਂ ਉਪਰ ਭੇਦਾ ਤਤ 6 ਵੀਹਾਂ ਉੱਤੇ ਹੈ ਇਹਦੀ ਉਮਰ। ਮਹਾਰਾਜ ਸਹੀ ਸਹੀ ਦੱਸ ਦਿੱਤੀ ਸਿੰਘਾਂ ਦੇ ਪੁੱਛਣ ਤੇ। 5120 ਸਾਲ ਦੀ ਉਮਰ ਹੈ ਸਾਧ ਦੀ। ਦਸਵੇਂ ਪਾਤਸ਼ਾਹ ਨੇ ਦੱਸਿਆ ਬਾਤ ਟਕਾਏ ਸਮਾਦ ਲਗਾਵੇ ਇਹਦੀ ਉਮਰ ਵਧੀ ਕਿਉਂ ਹੈ? ਸਵਾਸ ਟਿਕਾ ਲੈਂਦਾ ਹੈ, ਬਿਰਤੀ ਚੜਾ ਲੈਂਦਾ ਆਪਣੀ 10ਵੇਂ ਦੁਆਰ, ਇਸ ਕਰਕੇ ਉਮਰ ਬਹੁਤ ਵਧੀ ਹੈ ਇਸ ਦੀ। ਵੈਸੇ ਸਮਤ ਕਿਤਕ ਬਤਾਵੇ ਕਿਤਨੇ ਸੈਂਕੜੇ ਸਾਲ ਇਹ ਸਮਾਧੀ 'ਚ ਬੈਠਾ ਬਤੀਤ ਕਰ ਦਿੰਦਾ ਹੈ, ਇਸ ਕਰਕੇ ਇਹਦੀ ਉਮਰ 5120 ਸਾਲ ਦੀ ਹੈ। ਮਹਾਰਾਜ ਨੇ ਦੱਸਿਆ ਕਬ ਕਬ ਤਜਨ ਸਮਾਧੀ ਕਰੈ ਕਦੇ ਕਦੇ ਸਮਾਧੀ ਨੂੰ ਤਿਆਗਦਾ, ਨਹੀਂ ਤਾਂ ਸਮਾਧੀ 'ਚ ਬੈਠ ਜਾਂਦਾ। ਖਾਲਸਾ ਜੀ ਅੱਜ ਕੱਲ ਇਹ ਸਮਾਧੀਆਂ ਨਹੀਂ ਲੱਗਦੀਆਂ ਹਨ, ਨਾ ਸਾਡੇ ਸਰੀਰ ਬਲੀ ਹਨ। ਇਸੇ ਕਰਕੇ ਪਹਿਲਾ ਉਪਦੇਸ਼ ਵੀ ਮੁਕਤੀ ਦਿੰਦਾ ਸੀ, ਵੇਦ ਕਤੇਬ ਕੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਨਿੰਦਿਆ ਨੂੰ ਗੁੰਜਾਇਸ਼ ਨਹੀਂ ਹੈ ਗੁਰੂ ਘਰ ਵਿੱਚ। ਵੇਦ ਸ਼ਾਸਤਰ ਸਤ ਸੰਗਤੀ ਚਾਰੇ ਵੇਦ ਹੋਏ ਸਚਿਆਰ, ਬੜੇ ਗੁਣੇ 3-4 ਵਿਚਾਰ। ਐਸੀਆਂ ਪੰਕਤੀਆਂ ਬਾਣੀਆਂ ਪੜ੍ਹਦੇ ਪੜ੍ਹਦੇ ਫੇਰ ਵੀ ਬੁੱਧੀ ਬਦਲੀ ਪਈ ਆ ਲੋਕਾਂ ਦੀ। ਐਵੇਂ ਈਰਖਾ ਦੇ ਨਾਲ ਲੋਕਾਂ ਦੀ ਨਿੰਦਿਆ ਕਰੀ ਜਾਣੀ ਕੋਈ ਭਲਾ ਕਰਮ ਨਹੀਂ ਹੈ। ਚਾਰੇ ਵੇਦ ਬ੍ਰਹਮਾ ਕੋ ਦੀਏ, ਪੜ੍ਹ ਪੜ੍ਹ ਕਰੇ ਵਿਚਾਰੀ। ਵਾਹਿਗੁਰੂ ਨੇ ਸਤ ਸ੍ਰੀ ਚਾਰੇ ਵੇਦ ਬ੍ਰਹਮਾ ਨੂੰ ਦਿੱਤੇ ਨੇ, ਗੁਰਬਾਣੀ ਦੀ ਗਵਾਹੀ ਹੈ। ਬ੍ਰਹਮਾ ਦੇ ਉਚਾਰਨ ਕੀਤੇ ਹੋਏ ਨਹੀਂ ਹਨ। ਸੋ ਨੋਲ ਸਤ ਸ੍ਰੀ ਤਤੋਂ ਵਸੀ ਅੰਗ ਬ੍ਰਹਮਸਮੀ ਪ੍ਰਗਿਆਨਮਾਨੰਦ ਬ੍ਰਹਮ ਅਯੰਗ ਆਤਮ ਬ੍ਰਹਮ। ਇਹ ਜੇ ਮਹਾਵਾਕ ਨੇ ਜਿਹੜੇ ਇਨ ਮਨ ਸਤ ਸ੍ਰੀ ਗੁਰਬਾਣੀ ਦੇ ਨਾਲ ਅਭੇਦ ਨੇ। ਤੂੰ ਸਦਾ ਸਲਾਮਤ ਨਿਰੰਕਾਰ ਬੇਅੰਤ ਐਸੀ ਬਾਣੀ ਸਤ ਸ੍ਰੀ ਸੁਧਾਤ, ਜਿਹੜੇ ਗੁਰਬਾਣੀ ਦੇ ਨੇ ਉਹਦੇ ਸਤ ਸੰਗਤ ਜੀ ਘਟ ਨਹੀਂ ਤੁਲਨੇ। ਸੋ ਇਹ ਸਤ ਸੰਗਤ ਜੀ ਜਿਸ ਵੇਲੇ ਇਹ ਸਾਧ ਦੀ ਉਮਰ ਦੱਸੀ, ਇਹ ਨਿਜਮ ਇਹ ਹੈ ਸੰਸਾਰ ਦੇ ਅੰਦਰ ਆਪਣੀ ਉਮਰ ਸਵਾਸਾਂ ਦੇ ਅਧੀਨ ਹੈ। ਪਹਿਲੇ ਯੁਗਾਂ ਦੇ ਵਿੱਚ ਲੋਕ ਬਲੀ ਸੀ, ਯੋਗ ਸਾਧਨ ਕਰ ਲੈਂਦੇ ਸੀ। ਅੱਜ ਆਪਾਂ ਪ੍ਰਾਣ ਅੰਨ ਦੇ ਆਸਰੇ ਨੇ। ਸਤਜੁਗ ਦੇ ਅੰਦਰ ਹੱਡਾਂ ਵਿੱਚ ਪ੍ਰਾਣ ਸੀ, ਜਿੰਨਾ ਚਿਰ ਹੱਡ ਨਾ ਖਰਨ ਉਹਨਾਂ ਚਿਰ ਯੋਗੀ ਮਰਦਾ ਨਹੀਂ ਸੀ। ਤ੍ਰੇਤੇ ਦੇ ਅੰਦਰ ਮਿੱਝ ਦੇ ਵਿੱਚ ਪ੍ਰਾਣ ਸੀ, ਦੁਆਪਰ ਦੇ ਅੰਦਰ ਲਹੂ ਵਿੱਚ ਪ੍ਰਾਣ ਸੀ, ਕਲਯੁਗ ਦੇ ਅੰਦਰ ਸਤਿ ਅੰਨ 'ਚ ਪ੍ਰਾਣ ਹਨ। ਜਿੰਨਾ ਚਿਰ ਅੰਨ ਖਾਂਦੇ ਹਾਂ ਉਹਨਾਂ ਚਿਰ ਪ੍ਰਾਣ ਚੱਲਦੇ। ਅੰਨ ਤਿਆਗਦੇ ਹੋ 40 ਕੁ ਦਿਨ ਬਾਅਦ ਸਮਾਪਤ ਹੋ ਜਾਂਦਾ ਸੀ। ਸੋ ਯੋਗ ਸਾਧਨ ਕਰਿਆ ਕਰਦੇ, ਸਮਾਧੀ ਸਤ ਸੰਗ ਜੀ ਲਾ ਕਰਕੇ ਸਵਾਸ ਜਿਸ ਵੇਲੇ ਟਿਕਾਉਂਦੇ ਨੇ। ਭਾਵੇਂ ਯੋਗ ਸਾਧਨ ਇੱਧਰ ਵੀ ਲੋਕ ਕਰਦੇ ਫਿਰਦੇ ਨੇ, ਪਰ ਯੋਗ ਦੇ 8 ਅੰਗ ਨੇ, ਯਮ ਨੇਮ ਪ੍ਰਾਣਾਯਾਮ ਧਾਰਨਾ ਧਿਆਨ ਪ੍ਰਤਿਹਾਰ ਸਮਾਧੀ ਆਦਿ। ਇਹਨਾਂ ਵਿੱਚੋਂ ਸਿਰਫ ਸਰੀਰ ਦੀ ਤੰਦਰੁਸਤੀ ਵਾਸਤੇ ਆਸਣ ਆਦਿ ਕਰਾਉਣੇ, ਨਿਉਲੀ ਧੋਤੀ ਆਦਿ ਕਰਨੀ, ਇਹ ਸਾਧਨਾਂ ਨੂੰ ਇਹਨਾਂ ਲੋਕਾਂ ਨੇ ਗ੍ਰਹਿਣ ਕੀਤਾ ਜਿਹੜੇ ਅੱਜ ਕੱਲ ਕਰਦੇ ਨੇ। ਲੇਕਿਨ ਪ੍ਰਾਣਾਯਾਮ ਦਾ ਸਾਧਨ ਨਹੀਂ ਕਰ ਸਕਦੇ ਇਹ। ਓਮ 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 ਕਰਦੇ 12 ਵਾਰੀ ਸੱਜੀ ਜਾਂ ਖੱਬੀ ਸੁਰ ਤੱਕ ਤਾਹਾਂ ਨੂੰ ਸਵਾਸ ਚੜਾਉਣਾ, ਫਿਰ 12 ਵਾਰੀ ਓਮ ਓਮ ਕਰਦੇ ਠਹਿਰਾਉਣਾ, 12 ਵਾਰੀ ਓਮ ਓਮ ਕਰਦੇ ਉਤਾਰਨਾ ਸਵਾਸ ਦੂਜੀ ਨਾਸਕਾ ਥਾਈ। ਦੋਨੋਂ ਨਾਸਕਾ ਸਤ ਸੰਗਤ ਜੀ ਇਸੇ ਦੋਟ ਵਰਤਣੀਆਂ। 12 ਤੀਆ 36 36 ਵੇਰੀ ਕਿਹੜਾ ਮਾਂ ਦਾ ਪੁੱਤ ਸਤ ਸੰਗਤ ਜੀ ਇੱਕ ਸਵਾਸ ਨਾਲ ਓਮ ਓਮ ਕਹੂਗਾ? ਅੱਜ ਕੱਲ ਨਾੜਾ ਹੱਡ ਚੜ ਜਾਣਗੀਆਂ। ਆਸਣ ਪਦਮ ਆਸਣ ਕਿਹੜਾ ਲਾਊਗਾ? ਸੋ ਸਤ ਸੰਗਤ ਜੀ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਆਪਾਂ ਨੂੰ ਗੁਰਬਾਣੀ ਦੁਆਰਾ ਭਾਉ ਭਗਤੀ 'ਚ ਜੋੜਿਆ ਹੈ। ਸੋ ਇਹ ਸਤ ਸੰਗਤ ਜੀ 5120 ਸਾਲ ਦੀ ਉਮਰ ਹੈ। ਪਹਿਲਾ ਸਤ ਸੰਗੀ ਹਠੀ ਤਪੀ ਸਾਧੂ ਹੈ। ਇਹ ਸਮਾਧੀ ਲਾਇਆ ਕਰਦਾ ਸੀ। ਸਮਾਧੀ ਜਿਸ ਵੇਲੇ ਲੱਗਦੀ ਹੈ, ਜਿਸ ਵੇਲੇ ਓਮ ਓਮਕਾਰ ਦੇ ਇਸ ਤਰ੍ਹਾਂ ਦੇ ਸਤ ਸੰਗੀ ਜੋਗੀ ਸਾਧਨ ਕਰਦੇ ਨੇ,
ਫਿਰ ਉਦੋਂ ਬਾਅਦ ਹੋਰ ਵਧਾਉਂਦੇ ਨੇ। ਜਦੋਂ ਇੰਨਾ ਲੰਮਾ ਸਾਹ ਹੋ ਜਾਵੇ ਫਿਰ ਸਤ ਸੰਗਤ ਜੀ 16 ਵਾਰੀ ਓਮਕਾਰ ਦੇ ਚੜਾਉਣਾ, 24 ਵਾਰੀ ਠਹਿਰਾਉਣਾ ਤੇ 32 ਵਾਰੀ ਉਤਾਰਨਾ। ਇੱਕ ਸਾਸ ਨਾਲ ਦੇਖ ਲਓ ਇੰਨਾ ਗਿਰੀ ਓਮਕਾਰ ਕੌਣ ਕਹੂਗਾ। ਫਿਰ ਸਤ ਸੰਗਤ ਜੀ 24 ਵਾਰੀ ਚੜਾਉਣਾ, 32 ਠਹਿਰਾਉਣਾ, 64 ਵਾਰੀ ਉਤਾਰਨਾ। ਜਦੋਂ ਇੰਨਾ ਲੰਮਾ ਸਾਹ ਹੋ ਜੇ ਫਿਰ ਇਹ 10ਵੇਂ ਦੁਆਰਾ ਰੁਕ ਜਾਂਦਾ। ਜਦ ਸਵਾਸ ਆਉਣੋਂ ਹਟ ਗਿਆ ਤਾਂ ਜ਼ਿੰਦਗੀ ਵੀ ਖੜ ਗਈ। ਕਿਉਂ? ਆਪਣੀ ਜ਼ਿੰਦਗੀ ਸਵਾਸਾਂ ਤੇ ਨਿਰਭਰ ਹੈ, ਮਹੀਨਿਆਂ ਸਾਲਾਂ ਤੇ ਨਹੀਂ ਹੈ। ਗੁਰਬਾਣੀ ਦੀ ਗਵਾਹੀ ਅੰਗਣ ਘਾਲੇ ਸਭ ਦਿਵਸ ਸਾਸ ਨਾ ਵੱਢਣ ਕੱਟਣ ਤੇ ਰਸਾਸ। ਗਿਣ ਕੇ ਦੇਹ ਰੂਪੀ ਪੜੋਪੀ ਚ ਸਵਾਸ ਪਾਏ ਹੋਏ ਨੇ ਪਰਮੇਸ਼ਰ ਨੇ। ਇਹ ਨਾ ਵਧਣੇ ਨੇ ਨਾ ਘਟਣੇ ਨੇ। ਇਸੇ ਕਰਕੇ ਜੋ ਬੈਠਕ ਵਾਲਾ ਬੰਦਾ ਸਤ ਸੰਗਤ ਜੀ ਉਸ ਵੇਲੇ ਸਵਾਸ ਘੱਟ ਆਉਂਦੇ ਐ, ਤੁਰਨ ਫਿਰ ਨਾ ਜ਼ਿਆਦੇ ਆਉਂਦੇ ਨੇ। ਬੈਸਟ 12 ਚਲਤ 18 ਸੋਬਤ ਚਲਤੇ 30 ਬੈਠਣ ਕਰਤੇ 64 ਚਾਲੇ ਕਿਉਂ ਨਾ ਭਜੇ ਜਗਦੀਸ਼। ਜਿੰਨੇ ਚਿਰ ਚ ਬੈਠਿਆਂ ਨੂੰ 12 ਤੁਰਦਿਆਂ ਨੂੰ 18 ਸੁੱਤਿਆਂ ਪਿਆ ਨੂੰ ਦੇਖ ਲਿਓ ਘੜੀ ਰਾਤ ਕੇ ਦੂਜੇ ਨੂੰ ਉਹਨੇ ਚਿਰ ਚ 30 ਨਿਖਿੱਤ ਕਰਮ ਕਰਦੇ ਰਾਤ ਦੇ ਸਮੇਂ ਉਹਨੇ ਚਿਰ ਚ 64। ਇਸੇ ਕਰਕੇ ਬਕਾਰੀ ਪੁਰਸ਼ਾਂ ਦੀ ਉਮਰ ਸਤ ਸੰਗਤ ਜੀ ਬਹੁਤੀ ਨਹੀਂ ਰਹਿੰਦੀ ਹੈ। ਸੋ ਜਿਹੜੇ ਸਵਾਸ ਸੀ ਸੱਚ ਵੀ ਅਟਕਾ ਲੈਂਦਾ ਸੀ ਉਹਨਾਂ ਚਿਰ ਫਿਰ ਆਪੇ ਉਮਰ ਵਧਣੀ ਹੈ। ਸੋ ਆਪ ਜੀ ਨੇ ਦੱਸ ਦਿੱਤੀ ਉਮਰ। ਸਮਾਧੀ ਕਰੈ। 10ਵੇਂ ਪਾਤਸ਼ਾਹ ਸਿੱਖਾਂ ਨੂੰ ਦੱਸ ਰਹੇ ਨੇ, ਕਹਿੰਦੇ ਭਾਈ ਇਹ ਸਮਾਧੀ ਕਦੇ ਕਦੇ ਤਿਆਗਦਾ ਹੈ, ਨਹੀਂ ਸਮਾਧੀ ਜੀ ਬੈਠਾ ਰਹਿੰਦਾ। ਜਦੋਂ ਸਮਾਧੀ ਖੋਲਦਾ ਫਿਰ ਇਹ ਇਲਾਕੇ ਚ ਇਧਰ ਉਧਰ ਵਿਚਰਦਾ ਹੈ ਸਾਧ। ਉਹ ਜਿਹੜੇ 2-4 ਚੇਲੇ ਸਿੰਘਾਂ ਦੇ ਦਰਸ਼ਨ ਕਰਨ ਆਏ ਸੀ, ਗੁਰੂ ਸਾਹਿਬ ਦੇ ਬੈਠੇ ਸੀ ਦੀਵਾਨ ਚ, ਉਹ ਹੈਰਾਨ ਹੋ ਗਏ ਵੀ ਸਾਡੇ ਗੁਰੂ ਸਾਹਿਬ ਦਾ ਸਾਰਾ ਹਾਲ ਦੱਸਦਾ ਇਹਨਾਂ ਨੇ। ਉਮਰ ਇਹਨਾਂ ਦੀ 30-35 ਸਾਲ ਦੀ ਹੈ। ਸਾਡੇ ਸਾਧੀਆਂ ਤੇ ਜੜਾਂ ਨੂੰ ਵੀ ਜਾਣਦੇ ਨੇ। ਇਹ 5120 ਸਾਲ ਦੀ ਉਮਰ ਦਾ ਸਾਨੂੰ ਵੀ ਨਹੀਂ ਸੀ ਪਤਾ ਵੀ ਇੰਨੀ ਹੈ ਸਾਡੇ ਗੁਰੂ ਦੀ ਉਮਰ। ਹੈਰਾਨ ਹੋ ਗਏ ਸੁਣ ਕੇ। ਆਪਣੇ ਗੁਰੂ ਸਾਧ ਢਿਗ ਆਏ। ਜਾ ਰਹੇ ਰਾਤ ਨੂੰ ਸਤ ਸੰਗਤ ਜੀ ਆਪਣੇ ਡੇਰੇ ਵਿੱਚ ਸਾਧ ਦੇ ਕੋਲੇ। ਮਹੰਤ ਜੀ ਸਿੱਖ ਸੁਣ ਗਏ। ਚੇਲੇ ਜਿਹੜੇ ਸਤ ਸੰਗਤ ਸੁਣ ਕੇ ਗਏ ਸੀ ਜਾ ਕੇ ਲੱਗੇ ਕਹਿਣ, ਉਮਰੀ ਕਹੀ ਬਤਾਵਤ ਭਏ। ਕੀ ਕਿਹਾ ਚੇਲਿਆਂ ਨੇ? ਸਾਧ ਨੂੰ ਕਹਿੰਦੇ ਸੰਤ ਜੀ ਤੁਸੀਂ ਤਰਕ ਮਾਰੀ ਸੀ ਕਿ ਥੋੜੀ ਜੀ ਉਮਰ ਹੈ, ਕੋਈ ਸਾਧਨ ਨਹੀਂ ਕੀਤਾ ਹੋਣਾ, ਕੋਈ ਸ਼ਕਤੀ ਨਹੀਂ ਹੋਣੀ, ਸ਼ਾਂਤੀ ਨਹੀਂ ਹੋਣੀ ਉਹਨਾਂ ਕੋਲੇ। ਇਹੀ ਗੱਲ ਇੱਥੋਂ ਸਿੰਘ ਸੁਣ ਕੇ ਡੇਰੇ ਚੋਂ ਜਾ ਕੇ ਉਹਨਾਂ ਨੇ ਦੱਸ ਦਿੱਤੀ। ਅਸੀਂ ਵੀ ਗਏ ਸੀ ਤੇ ਉਹਨਾਂ ਨੇ 10ਵੇਂ ਪਾਤਸ਼ਾਹ ਨੂੰ ਦੱਸਤੀ। ਮਹਾਰਾਜ ਜੀ ਨੇ ਹੱਸ ਕੇ ਬਚਨ ਕਹੇ ਨੇ ਕਿ ਸਾਧ ਨੂੰ ਉਮਰ ਦਾ ਹੰਕਾਰ ਹੈ। ਚੇਲੇ ਦੱਸਦੇ ਨੇ ਸਾਧ ਨੂੰ ਡੇਰੇ ਵਿੱਚ ਬੈਠ ਕੇ ਕਿ ਉਹਨਾਂ ਦੇ ਸਿੰਘਾਂ ਨੇ ਗੁਰੂ ਸਾਹਿਬ ਤੋਂ ਉਮਰ ਪੁੱਛੀ, ਸਾਧ ਸੰਤ ਜੀ ਤੁਹਾਡੀ? ਉਹਨਾਂ ਨੇ ਤਾਂ ਛੇਤੀ ਦੇਣੇ ਦੱਸ ਦਿੱਤੀ 5120 ਸਾਲ ਦੀ। 5000 ਇੰਨੀ ਉਮਰ ਦੱਸੀ ਉਹਨਾਂ ਨੇ। ਚੇਲੇ ਕਹਿੰਦੇ ਅਸੀਂ ਉੱਥੇ ਹੀ ਬੈਠੇ ਸੀ, ਅਸੀਂ ਵੀ ਸੁਣੀ ਤੁਹਾਡੀ ਉਮਰ। ਜਦੋਂ ਚੇਲਿਆਂ ਤੋਂ ਸਤ ਸੰਗਤ ਜੀ ਸੁਣਿਆ ਇਹ ਬਚਨ, ਹੈਰਾਨ ਹੋ ਕੇ ਸਾਧ ਲੱਗਾ ਕਹਿਣ, ਕਹਿੰਦਾ ਇੰਨੀ ਹੋ ਸੋਝੀ ਆ ਉਹਨਾਂ ਨੂੰ, ਉਮਰ 30-35 ਸਾਲ ਦੀ, ਐਡਾ ਵੱਡਾ ਗਿਆਨ ਹੈ ਉਹਨਾਂ ਦੇ ਹਿਰਦੇ ਚ। ਫੇਰ ਤਾਂ ਪੂਰਨ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਗੁਰੂ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ। ਫੇਰ ਨਹੀਂ ਮੈਂ ਠਹਿਰਦਾ, ਮੈਂ ਰਾਤ ਕਿੱਥੇ ਪਈ, ਕਦੋਂ ਲੰਘੀ ਰਾਤ, ਮੈਂ ਤਾਂ ਹੁਣ ਇਹ ਜੇ ਗੁਰੂਆਂ ਦੇ ਦਰਸ਼ਨ ਜ਼ਰੂਰ ਕਰਾਂਗਾ। ਬਿਰਧ ਅਵਸਥਾ ਸਤ ਸੰਗੀ ਸੋਟੀ ਚੱਕ ਲਈ, ਛੇਤੀ ਦੇਣੇ ਆਪਣੇ ਡੇਰੇ ਚੋਂ ਉੱਠ ਕੇ ਤੁਰ ਪਿਆ। ਹੌਲੀ ਹੌਲੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆ ਰਿਹਾ। ਅੱਗੇ ਰਹਿਦਾਸ ਦਾ ਟਾਈਮ ਸੀ, ਸਤ ਸੰਗੀ ਦੀਵਾਨ ਲੱਗਿਆ ਹੋਇਆ। ਰਹਿਰਾਸ ਦੀ ਬਾਣੀ ਸਿੰਘ ਪੜ੍ਹ ਰਹੇ ਸਨ। ਦੀਵਾਨ ਵਿੱਚ ਪਹੁੰਚ ਕੇ ਨੇੜੇ ਸਾਧ ਸੋਟੀ ਦੇ ਆਸਰੇ ਖੜਾ ਰਿਹਾ। ਮਹਾਰਾਜ ਜੀ ਦੀਵਾਨ 'ਚ ਬੈਠੇ ਸੀ, ਸਾਧ ਨੂੰ ਦੇਖ ਕੇ ਕਿਹਾ, ਆਓ ਸੰਤੋ ਜੀ ਆਇਆਂ ਨੂੰ, ਬੈਠੋ, ਕਿਉਂ ਖੜੇ ਹੋ? ਪ੍ਰਣਾਮ ਗੁਰੂ ਕੋ ਕਰਿਓ।
ਮਹਾਰਾਜ ਦਾ ਬਚਨ ਸੁਣ ਕੇ 10ਵੇਂ ਪਾਤਸ਼ਾਹ ਨੂੰ ਸਾਧਰੇ ਮੱਥਾ ਟੇਕਿਆ, ਨਾਲ ਹੀ ਬੈਠ ਗਿਆ। ਬੈਠ ਗਇਓ ਸਿੰਘਨ ਮਹਿ ਮਿਲ ਕਰ। ਜਿੱਥੇ ਸਿੱਖ ਸੰਗਤ ਬੈਠੀ ਸੀ ਸਾਧ ਵੀ ਉੱਥੇ ਹੀ ਬੈਠ ਗਿਆ। ਸੁਣਤ ਰਹਿਓ ਰਹਿ ਰਾਸ ਪ੍ਰੇਮ ਧਰ। ਪ੍ਰੇਮ ਧਾਰ ਕੇ ਸਾਰੀ ਰਹਿ ਰਾਸ ਦੀ ਬਾਣੀ ਇਹ ਸਾਧ ਨੇ ਸੁਣੀ। ਜਬ ਅਰਦਾਸ ਭੋਗ ਪਰ ਗਇਓ। ਜਦੋਂ ਸਮਾਪਤੀ ਹੋਈ, ਅਰਦਾਸ ਹੋ ਗਈ, ਭੋਗ ਪਿਆ। ਸਾਧ ਜੋੜ ਕਰ ਉਜਰਤ ਭਇਓ। ਇਹ ਸਾਧ ਹੱਥ ਜੋੜ ਕੇ 10ਵੇਂ ਪਾਤਸ਼ਾਹ ਅੱਗੇ ਬੇਨਤੀ ਕਰਦਾ ਪਿਆ, ਚਰਨ ਕਮਲ ਤੋਂ ਮੋਹਿ ਲਗਾਵੋ। हे ਮਹਾਰਾਜ ਕਿਰਪਾ ਕਰੋ, ਜੇ ਤੁੱਠੇ ਹੋ ਤਾਂ ਮੈਨੂੰ ਚਰਨਾਂ ਦੇ ਨਾਲ ਜੋੜ ਲਓ। ਦੇਖੋ ਖਾਲਸਾ ਜੀ 5120 ਸਾਲ ਦੀ ਉਮਰ ਹੋ ਗਈ, ਸਮਾਧੀ ਵੀ ਲਾਉਂਦਾ ਹੈ, ਬੜਾ ਗਿਆਨ ਹੈ, ਪਰ ਫਿਰ ਵੀ ਗੁਰੂ ਕੇ ਚਰਨਾਂ ਵਿੱਚ ਪਹੁੰਚੇ ਤੋਂ ਬਿਨਾਂ ਕਲਿਆਣ ਨਹੀਂ ਹੈ। ਇਹ ਪਰਉਪਕਾਰ ਹੈ ਕਲਯੁਗ ਦੇ ਸਮੇਂ ਦੇ ਅੰਦਰ ਗੁਰੂ ਸਾਹਿਬ ਦਾ। ਇੱਕ ਕਰੋ ਨਿਜ ਰੂਪ ਸੁਭਜਾਵੋ। हे ਮਹਾਰਾਜ ਮੈਨੂੰ ਸਿੱਖ ਬਣਾ ਲਓ ਆਪਣਾ, ਤੇ ਨਾਲੇ ਮੈਨੂੰ ਆਪਣਾ ਸਰੂਪ ਬੁਝਾ ਦਿਓ। ਖਾਲਸਾ ਜੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਭਾਰ। ਇਹ ਸਤ ਸੰਗਤ ਜੀ ਮੁਕਤੀ ਦੀ ਇੱਛਾ ਇਹਨੂੰ ਕਹਿੰਦੇ ਹਨ। ਬਈ ਝੂਠ ਦੀ ਵੱਟ ਹੋਮੈ ਕਿਵੇਂ ਟੁੱਟੇ, ਤੇ ਸੱਚ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ, ਇਹਨੂੰ ਕਹਿੰਦੇ ਅਸੁਭ ਇੱਛਾ। ਗਿਆਨ ਦੀਆਂ ਭੂਮਿਕਾ ਵਿੱਚੋਂ ਇਹ ਪਹਿਲੀ ਸਤ ਸੰਗੀ ਇੱਛਾ ਹੈ। ਸੋ ਇਹਨੇ ਸਤ ਸੰਗੀ ਬੇਨਤੀ ਕੀਤੀ ਹੈ, ਮਹਾਰਾਜ ਕਿਰਪਾ ਕਰੋ ਮੇਰਾ ਜੰਮਣ ਮਰਨ ਵੇਟ ਦਿਓ। ਪੜੋ ਇਹੀ ਪੰਕਤੀ ਦੁਆ। ਇੱਕ ਕਰੋ ਨਿਜ ਰੂਪ ਬੁਝਾਵੋ। ਮੈਨੂੰ ਆਪਣਾ ਸਰੂਪ ਬੁਝਾ ਦਿਓ। ਸਤ ਸੰਗੀ ਜੇ ਨਾ ਹੋਈ, ਇਸ ਤੇ ਪਰੇ ਸਤ ਹੈ ਸੋਈ। ਆਪਾਂ ਨੂੰ ਵੀ ਜੇ ਕੋਈ ਪੁੱਛ ਦੇਵੇ ਤੁਸੀਂ ਕੌਣ ਹੋ, ਆਪਾਂ ਕਹਾਂਗੇ ਇਨਸਾਨ, ਇੰਨਾ ਕੁ ਕਹਿ ਦਿਆਂਗੇ। ਕਿਉਂ ਦੂਜਿਆਂ ਨੂੰ ਪਸ਼ੂ ਮੰਨਦੇ ਆ, ਹੈਵਾਨ ਕਹਿੰਦੇ ਆ, ਆਪਾਂ ਆਪਣੇ ਆਪ ਨੂੰ ਇਨਸਾਨ ਤਾਂ ਹੈ ਆਪਾਂ ਆਹ ਦੇਹ ਵਿੱਚ ਬੈਠੇ। ਦੇਹ ਤਾਂ ਆਪਾਂ ਨਹੀਂ ਹਾਂ। ਮੂਰਖ ਵੀ ਨਹੀਂ ਕਹਿੰਦਾ ਮੈਂ ਦੇਹ ਹਾਂ, ਉਹ ਕਹੂਗਾ ਮੇਰੀ ਦੇਹ ਹੈ। ਸੋ ਆਪਣਾ ਸਰੂਪ ਬੁੱਝਣ ਵਾਸਤੇ ਸਤ ਸੰਗੀ ਗੁਰਬਾਣੀ ਪੜ੍ਹੀ ਦੀ ਹੈ। ਗੁਰਬਾਣੀ ਸਾਰੀਆਂ ਕਾਮਨਾ ਵੀ ਪੂਰੀ ਕਰਦੀ ਹੈ। ਜਿੰਨੇ ਧਰਮ ਅਰਥ ਕਾਮ ਮੋਖ ਪਦਾਰਥ ਹਨ ਸਾਰੇ ਸੰਗਤ ਵਿੱਚੋਂ ਪ੍ਰਾਪਤ ਹੁੰਦੇ, ਲੇਕਿਨ ਅਸਲੀ ਨਿਸ਼ਾਨਾ ਗੁਰਬਾਣੀ ਦਾ ਕੀ ਹੈ ਖਾਲਸਾ ਜੀ? ਸੇਵਾ ਭਗਤੀ ਵਿੱਚ ਜੋੜ ਕੇ ਤੁਹਾਨੂੰ ਨਿਰਮਲ ਕਰ ਦੇਣਾ। ਗੁਰ ਸੇਵਾ ਤੇ ਭਗਤ ਕਪਾਈ ਤਾਵੇ ਮਾਨਸ ਦੇ ਹੀ ਪਾਈ। ਇਹ ਸਿੱਖਿਆ ਦੁਆਰਾ ਜਿਗਿਆਸੂ ਨੂੰ ਆਏ ਨੂੰ ਸੇਵਾ 'ਚ ਜੋੜ ਦੇਣਾ ਸਰੀਰ ਕਰਕੇ। ਜਦੋਂ ਸੇਵਾ ਵਿੱਚ ਲੱਗ ਜਾਂਦਾ ਸਤ ਸੰਗਤ ਜੀ, ਫਿਰ ਇਹਦੀ ਬਿਰਤੀ ਗੰਦੇ ਮੰਦੇ ਥਾਂ ਦੀ ਘੁੰਮਦੀ ਫਿਰਦੀ। ਜਦੋਂ ਬਿਰਤੀ ਨਿਰਮਲ ਹੁੰਦੀ ਫਿਰ ਸ਼ਬਦ ਵਿੱਚ ਜੁੜ ਜਾਂਦੀ ਹੈ। ਉਧਰ ਸਤ ਸੰਗੀ ਸ਼ਬਦ ਵਿੱਚ ਜੁੜਦੀ, ਸ਼ਬਦ ਵਿੱਚ ਜੁੜ ਕਰਕੇ ਦੋ ਪਾਸੇ ਜਾਂਦੀ। ਇੱਕ ਤਾਂ ਸਕਾਮਤਾ ਦੇ ਸਹਿਤ ਕਾਮਨਾ ਹੁੰਦੀਆਂ, ਮਹਾਰਾਜ ਇੰਨਾ ਚਿਰ ਸੇਵਾ ਕੀਤੀ ਮੈਨੂੰ ਆਹ ਦੇ ਦਿਓ ਆਹ ਦੇ ਦਿਓ। ਇੱਕ ਨਿਸਕਾਮਤਾ 'ਚ ਪਹੁੰਚ ਜਾਂਦੀ ਕਿ ਮੰਗਣਾ ਕੀ ਹੈ, ਕੋਈ ਚੀਜ਼ ਤਾਂ ਵਸਤੂ ਸਦਾ ਰਹਿਣ ਵਾਲੀ ਹੈ ਨਹੀਂ। ਕਿਆ ਮੰਗੋ ਕਿ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਇਹ ਮਹਾਰਾਜ ਨਾਮ ਹੀ ਪਿਆਰ ਦਿਓ, ਕੀ ਮੰਗੀਏ? ਭਾਈ ਮਹਾ ਸਿੰਘ ਨੇ ਕੁਝ ਮੰਗਿਆ ਆਪਦੇ ਵਾਸਤੇ। ਇਉਂ ਸਤ ਸੰਗੀ ਜਿਸ ਵੇਲੇ ਇੱਥੇ ਵਿਅਕਤੀ ਪਹੁੰਚਦੀ, ਫਿਰ ਆਪਾਂ ਭਗਤੀ 'ਚ ਜੁੜਦੇ, ਕਥਾ ਕੀਰਤਨ ਦੇ ਪ੍ਰਭਾਵ 'ਚ ਵਿਅਕਤੀ ਨੂੰ ਉਕਾਗਰ ਕਰਦੇ। ਫਿਰ ਮਨ ਤੇ ਬਾਤ ਚਲੀ ਗਈ, ਤਨ ਪਵਿੱਤਰ ਕਰ ਲਿਆ ਸੇਵਾ ਦੁਆਰਾ, ਨਿਰਮਾਣ ਹੋ ਕੇ ਸੇਵਾ ਕੀਤੀ। ਫਿਰ ਮਨ ਦੀ ਗੱਲ ਰਹੇਗੀ, ਮਨ ਵੀ ਗੰਦਾ ਹੈ। ਇਹ ਮੰਦੇ ਚੰਗੇ ਸੰਕਲਪਾਂ ਦੀ ਪੰਡੀ ਹੈ। ਹਰ ਵੇਲੇ ਸਤ ਸੰਗੀ ਦੇ ਚੋਂ ਗੰਦਗੀ ਦੀ ਵਿਸ਼ਿਆਂ ਦੀ ਬਦਬੂ ਮਾਰਦੀ ਹੈ। ਇਹ ਜਦੋਂ ਸ਼ਬਦ ਵਿੱਚ ਜੁੜ ਜਾਂਦਾ ਹੈ, ਫਿਰ ਇਹਦੇ ਅੰਦਰ ਭਗਤੀ ਦੀ ਸੁਗੰਧੀ ਪੈਦਾ ਹੋ ਜਾਂਦੀ, ਮਨ ਵਿੱਚ ਵਿਰਾਗ ਵਿਚਾਰ ਆ ਜਾਂਦੀ ਹੈ। ਉਸ ਵੇਲੇ ਸਤ ਸੰਗਤ ਜੀ ਇਹ ਫਿਰ ਉਧਰ ਨੂੰ ਸੇਧ ਕਰਦਾ ਜਿੱਧਰ ਆਪਣਾ ਸਰੂਪ ਹੈ। ਉਹਨੂੰ ਕਹਿੰਦੇ ਆਤਮ ਸਰੂਪ। ਸੂਖਮ ਦੇ ਜਿਹੜੀ ਪਰਲੋਕ ਨੂੰ ਲੇਖਾ ਦੇਣ ਜਾਂਦੀ ਹੈ, ਉਹ ਵੀ ਆਪਾਂ ਨਹੀਂ ਹਾਂ। ਕਿਸੇ ਨੇ ਕਿਹਾ ਵੀ ਮੈਂ ਮਨ ਹਾਂ, ਕਹਿੰਦੇ ਮੇਰਾ ਮਨ ਹੈ। ਇੰਦਰੀਆ ਤਾਂ ਜਰਥਾ ਜਰਤਮ ਪਰਮ ਭਇਆ ਮਨਾ, ਮਨ ਸਸਤੂ ਬੁੱਧੀ ਵਧੇਰ ਆਤਮਾ ਮਹਾਨ ਪਰਾ। ਸਰੀਰ ਤੋਂ ਪਰੇ ਇੰਦਰੇ ਹਨ, ਇੰਦਰੀਆਂ ਤੋਂ ਪਰੇ ਮਨ ਹੈ, ਮਨ ਤੋਂ ਪਰੇ ਬੁੱਧੀ ਹੈ, ਬੁੱਧੀ ਤੋਂ ਪਰੇ ਆਪਣੇ ਕੋਲੇ ਦੱਸੋ ਕੀ ਹੈ? ਉਹ ਸਵੰਗ ਆਪਣਾ ਸਰੂਪ ਹੈ। ਸਤ ਸੰਗਤ ਜੀ ਸਵੰਗ ਜੋਤ ਆਨੰਦ ਕਨ ਸੱਚ ਦਾ ਵਿਭੂ ਅਨੂਪ, ਐਸਾ ਜਿਹੜਾ ਆਤਮ ਸਰੂਪ ਹੈ ਖਾਲਸਾ ਜੀ, ਜਿਸ ਬਾਰੇ ਗੁਰਬਾਣੀ 'ਚ ਲਿਖਿਆ ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ
ਆਤਮਾ ਵਾਸੁਦੇਵ ਜੇ ਕੋ ਜਾਣ ਸਪੇਵ, ਨਾਨਕ ਤਾ ਕੋ ਦਾਸੈ ਸੋਈ ਨਿਰੰਜਨ ਦੇਵ। ਉਹ ਸਰੂਪ ਆਤਮ ਸਰੂਪ ਜਿਹੜਾ ਵਿਆਪਕ ਹੈ, ਉਹ ਅੱਜ ਸਾਧ ਪੁੱਛ ਰਿਹਾ। 5120 ਸਾਲ ਦੀ ਉਮਰ ਹੋ ਗਈ, ਹਲੇ ਆਪ ਦੇ ਸਰੂਪ ਦਾ ਨਹੀਂ ਉਹਨੂੰ ਪਤਾ ਲੱਗਿਆ। ਜਿਹੜਾ ਸਰੂਪ ਗੁਰਸਿੱਖਾਂ ਨੇ ਅੰਮ੍ਰਿਤ ਧਾਰੀ ਹੋ ਕੇ ਗੁਰੂ ਘਰ ਦੀ ਸੇਵਾ ਭਗਤੀ ਜੁੜ ਕੇ ਸੁਤੇ ਸਿੱਧੀ ਪ੍ਰਾਪਤ ਕਰ ਲਿਆ ਹੈ। ਇੱਕ ਨਹੀਂ, ਦੋ ਨਹੀਂ, ਅਨੇਕਾਂ ਬ੍ਰਹਮ ਗਿਆਨੀਆਂ ਦੀਆਂ ਟੋਲੀਆਂ ਦੀਆਂ ਟੋਲੀਆਂ ਸਤ ਸੰਗਰੀ ਮੁਕਤ ਹੋ ਕੇ ਸੱਚਖੰਡ ਨੂੰ ਚਲੀਆਂ ਗਈਆਂ। ਇਹ ਪ੍ਰਤਾਪ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਹੈ। ਗੁਰਸਿੱਖੋ, ਅੱਜ ਸਾਧ ਦੀ ਇੰਨੀ ਉਮਰ ਹੋਵੇ ਪਰ ਉਹ ਆਪਣੇ ਸਰੂਪ ਨੂੰ ਨਹੀਂ ਪਛਾਣ ਸਕਿਆ। ਚੇਲਿਆਂ ਨੂੰ ਕੀ ਦੱਸਣਾ ਸੀ? ਸਿੱਖ ਕਰੋ ਨਿਜ ਰੂਪ ਬੁਝਾਵੋ। ਕਹਿੰਦਾ ਜੀ ਮੈਨੂੰ ਸਿੱਖ ਬਣਾ ਲਓ, ਮੈਨੂੰ ਆਤਮ ਸਰੂਪ ਬਾਰੇ ਭੇਤ ਦੇ ਦਿਓ, ਮੇਰਾ ਸਰੂਪ ਕੀ ਹੈ। ਤੁਮਰੇ ਦਰਸ਼ਨ ਪਰ ਬਲਿਹਾਰੀ, ਆਪ ਜੀ ਦੇ ਮੈਂ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ। ਸਕਲ ਕਲਾ ਸਮਰੱਥ ਗੁਣ ਭਾਰੀ, ਆਪ ਮਹਾਰਾਜ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਬੜੇ ਗੁਣਾਂ ਵਿੱਚ ਗਹੀਰ ਹੋ। ਵਿਕਸ ਬਦਨ ਤੇ ਸ਼੍ਰੀ ਪ੍ਰਭ ਕਹੈ, ਹੱਸ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਧ ਨੂੰ ਕਿਹਾ, ਤੂੰ ਤੋਂ ਆਗੇ ਹੀ ਸਿੱਖ ਹੈ। ਮਹਾਰਾਜ ਕਹਿੰਦੇ ਸੰਤ ਜੀ ਤੂੰ ਤਾਂ ਪਹਿਲੇ ਜਨਮਾਂ ਦਾ ਸਿੱਖ ਹੈ ਸਾਡਾ। ਕੇਵਲ ਕੇ ਸਾਧਨ ਬਹੁ ਸਾਧੇ, ਤਾਂ ਕੇਵਲ ਮੁਕਤੀ ਦੇ ਸਤ ਸੰਗਤ ਜੀ ਵਿਕੁੰਠ ਦੀਆਂ ਮੁਕਤੀਆਂ ਨਾਲੋਂ ਵੱਖਰੀਆਂ ਗੁਰੂ ਘਰ ਚ ਮੁਕਤੀਆਂ ਹਨ। ਕੇਵਲ ਮੋਕਸ਼ ਹੈ ਸਭ ਤੋਂ ਉੱਤੇ, ਵਿਦੇਹ ਮੁਕਤੀ ਵੀ ਹੈ, ਜੀਵਨ ਮੁਕਤੀ ਵੀ ਹੈ। ਮਹਾਰਾਜ ਕਹਿੰਦੇ ਤਾਂ ਕੇਵਲ ਮੋਕਸ਼ ਦੀ ਪ੍ਰਾਪਤੀ ਵਾਸਤੇ ਜੋ ਜਨਮਾਂ ਜਰ ਆਏ ਖਟਾਨਾ ਤੋਂ ਜੋਤੀ ਸੰਗ ਜੋਤ ਸਮਾਨਾ, ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਬੜੇ ਸਾਧਨ ਕੀਤੇ। ਅਦਕ ਸਮਾਧ ਅਗਾਧ ਅਰਾਧੇ, ਬੜੀ ਨਿਰਵਕਲ ਸਮਾਧੀ ਦੇ ਵਿੱਚ ਡੂੰਘੀ ਗੰਭੀਰਤਾ ਵਾਲੀ ਸਮਾਧੀ ਲਾ ਕਰਕੇ ਤੂੰ ਆਰਾਧਨਾ ਕੀਤੀ। ਕਰੋ ਅਕਾਲ ਪੁਰਖ ਕੋ ਬੰਦਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਮਰਤਾ ਕਹਿੰਦੇ ਸਾਨੂੰ ਮੱਥਾ ਟੇਕਣਾ, ਅਕਾਲ ਪੁਰਖ ਅੰਤਰਜਾਮੀ ਨੂੰ ਮੱਥਾ ਟੇਕ। ਬੰਦਨ ਹੋ ਗਏ ਬੰਦ ਨਿਕੰਦਨ,